ਜੇ ਰਹੀ ਗੱਲ ਲਵ ਹੀਰੇ ਦੀ, ਦੇਖੋ ਮਿਹਨਤ ਉਹਦੀ ਹੈ ਤੇ ਉਹਨੇ ਕੀਤੀ, ਆਪਾਂ ਜਿੰਨੀ ਹੋ ਸਕੀ ਉਹਦੇ ਨਾਲ ਉਹਨਾਂ ਦਿਨਾਂ 'ਚ, ਸੰਘਰਸ਼ ਦੇ ਦਿਨਾਂ 'ਚ ਉਹਦੇ ਨਾਲ ਖੜੇ। ਸਤਵਿੰਦਰ ਬਿੱਟੀ ਅੱਜ ਕੱਲ੍ਹ ਤਾਂ ਮੇਰਾ ਖਿਆਲ ਹੈ ਨਹੀਂ ਗਾਉਂਦੀ, ਉਹ ਸ਼ਾਇਦ ਇੱਧਰ ਸਿਆਸਤ ਵਾਲੇ ਪਾਸੇ ਹੈ। ਉਹਨੇ ਗੀਤ ਗਾਇਆ ਸੀ, ਮੇਰਾ ਸੱਜਣਾ ਤੇਰੀ ਯਾਦ ਨੇ ਮੇਰੇ ਵਨ ਸਵਰ ਦੇ ਤੋੜ ਸੁੱਟੇ, ਮੈਂ ਰੋ ਰੋ ਕਮਲੀ ਹੋ ਗਈਆਂ ਦੁਨੀਆ ਨੇ ਕਿੱਸੇ ਜੋੜ ਸੁੱਟੇ। ਉਹ ਮੇਰੀ ਮਰਜ਼ੀ ਤੋਂ ਬਗੈਰ ਗਾਇਆ ਸੀ ਵੈਸੇ। ਪੈਗ ਪਾਉਣ ਵੇਲੇ ਲੋਕੀ ਕੱਢਦੇ ਨੇ ਛਿੱਟੇ, ਨਾਲੇ ਧਿਆਉਂਦੇ ਜਿਹਨੇ ਦਾਰੂ ਹੈ ਬਣਾਈ, ਮੈਂ ਛਿੱਟੇ ਕੱਢਾਂ ਉਹਦੇ ਨਾਮ ਦੀ, ਜਿਹਨੇ ਆਦਤ ਪੀਣ ਦੀ ਮੈਨੂੰ ਪਾਈ, ਮੈਂ ਛਿੱਟੇ ਕੱਢਾਂ ਉਹਦੇ ਨਾਮ। ਉਦੋਂ ਬਾਅਦ ਚੱਲ ਸੋ ਚੱਲ, ਫਿਰ ਉਹ ਗੱਭਰੂ ਦਾ ਦਿਲ ਰੋ ਪਿਆ, ਉਹ ਟਾਈਟਲ ਗੀਤ ਵੀ ਮੇਰਾ ਸੀ, ਉਹ ਵੀ ਬੜਾ ਸੋਹਣਾ। ਫਿਰ ਆਇਆ ਉਹ ਪਤਾ ਨਹੀਂ ਕਾਹਤੋਂ ਫਿਰ ਵੀ ਤੇਰਾ ਮੋਹ ਜਾ ਆਉਂਦਾ ਹੈ, ਫਿਰ ਆਇਆ ਉਹ ਦਾਰੂ ਦੀ ਚੱਕੀ ਝੋ ਲੈਣਾ ਇੱਕ ਦਿਨ ਚੜ੍ਹਦੇ ਦੇ ਨਾਲ ਵੈਰੀ ਆਵੇ। ਉੱਥੇ ਨਾ ਉਹ ਆਮ ਲੋਕਾਂ 'ਚ ਇੱਕ ਧਾਰਨਾ ਜੀ ਬਣ ਗਈ ਵੀ ਢਾਲੀਵਾਲ ਆਊਗਾ ਤਾਂ ਡੱਕਿਆ ਹੋਊ। ਮੈਂ ਨਾ ਉਸ ਸਟੇਜ 'ਤੇ ਲਾਭ ਪਹਿਲਾਂ ਆ ਗਿਆ, ਮੇਰੇ ਤੋਂ 15 ਕੁ ਮਿੰਟ, ਮੈਂ ਥੋੜ੍ਹਾ ਕਿਸੇ ਪਾਸਿਓਂ ਆਇਆ ਸੀ। ਜਦੋਂ ਮੈਂ ਸਟੇਜ 'ਤੇ ਚੜ੍ਹਨ, ਮੈਂ ਸੁਣ ਰਿਹਾ ਸੀ, ਮੈਨੂੰ ਨਹੀਂ ਪਤਾ ਕੌਣ ਸੀ ਉਹ, ਕੌਣ ਕਰਨ ਲੈ ਆ ਗਿਆ ਹੁਣ ਡੱਕਿਆ ਜੀ। ਤੂੰ ਮੇਰੇ ਅਜੇ ਚਾਹ ਵੀ ਨਹੀਂ ਸੀ ਪੀਤੀ। ਉਹਦੇ 'ਚ ਮੇਰੇ 2 ਗੀਤ ਸੀ, ਪੁੱਤਰ ਦੀ ਕਸਮ ਕਦੇ ਵੀ ਲੱਖਾਂ 'ਤੇ ਖਾਈਏ ਨਾ, ਦੂਜਾ ਗੀਤ ਸੀ ਹੁਣ ਬਸ ਕਰ ਯਾਰਾ ਤੇਰੀ ਯਾਰੀ ਵੇਖ ਲਈ। ਦੇਸ਼ ਵਿਦੇਸ਼ ਵਿੱਚ ਵੱਸਦੇ ਸਮੁੱਚੇ ਸੰਗੀਤ ਪ੍ਰੇਮੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦਰਸ਼ਕ ਵੀਰੋ, ਅੱਜ ਪੰਜਾਬ ਦੇ ਪ੍ਰਸਿੱਧ ਗੀਤਕਾਰ ਸੁਖਵਿੰਦਰ ਧਾਲੀਵਾਲ ਜੀ ਨਾਲ ਮੁਲਾਕਾਤ ਕਰਾਂਗੇ, ਜਿਨ੍ਹਾਂ ਦੇ ਲਿਖੇ ਹੋਏ ਗੀਤ ਕਲੀਆਂ ਦੇ ਬਾਦਸ਼ਾਹ, ਲੋਕ ਗਥਾਵਾਂ ਦੇ ਬਾਦਸ਼ਾਹ ਕੁਲਦੀਪ ਮਾਣਕ ਜੀ ਨੇ ਗੀਤ ਗਾਏ ਆ। ਉਸ ਤੋਂ ਬਾਅਦ ਉਹਨਾਂ ਦੇ ਲਿਖੇ ਹੋਏ ਗੀਤ ਪੰਜਾਬ ਦੇ ਪ੍ਰਸਿੱਧ ਗਾਇਕ ਲਾਭ ਹੀਰਾ ਜੀ ਨੇ ਗਾਏ ਆ, ਅਤੇ ਲਾਭ ਹੀਰਾ ਜੀ ਦੀਆਂ ਉਹਨਾਂ ਨੇ ਕਾਫੀ ਐਲਬਮਾਂ ਨੂੰ ਪੇਸ਼ ਵੀ ਕਰਿਆ। ਅੱਜ DPD ਟੈਲੀਵਿਜ਼ਨ ਦੀ ਟੀਮ ਉਹਨਾਂ ਦੇ ਗ੍ਰਹਿ ਪਿੰਡ ਰਾਜਗੜ੍ਹ ਕੁੱਬੇ, ਤਹਿਸੀਲ ਮੌੜ, ਜ਼ਿਲ੍ਹਾ ਬਠਿੰਡਾ ਦੇ ਵਿੱਚ ਪਹੁੰਚੀ ਏ। ਮੈਂ ਤੁਹਾਡਾ ਆਪਣਾ ਨਵੀ ਮਾਨ ਸਿੰਘ ਉਹਨਾਂ ਦਾ DPD ਟੈਲੀਵਿਜ਼ਨ 'ਤੇ ਸਵਾਗਤ ਕਰਦਾ। ਸਤਿ ਸ਼੍ਰੀ ਅਕਾਲ ਜੀ, ਮੈਂ ਸੁਖਵਿੰਦਰ ਧਾਲੀਵਾਲ। ਜਿੰਨੇ ਵੀ ਸੰਗੀਤ ਪ੍ਰੇਮੀ ਇਸ ਪ੍ਰੋਗਰਾਮ ਨੂੰ ਦੇਖ ਸੁਣ ਰਹੇ ਹੈ, ਅਤੇ ਨਾਲ ਹੀ DPD ਦੀ ਸਾਰੀ ਟੀਮ ਦਾ ਬਹੁਤ ਧੰਨਵਾਦ ਕਰਦਾ। ਸ਼ੁਕਰੀਆ। ਸ਼ੁਕਰੀਆ ਧਾਲੀਵਾਲ ਸਾਹਿਬ। ਤੁਹਾਡੇ ਨਾਲ ਕਾਫੀ ਗੱਲਾਂ ਬਾਤਾਂ ਕਰਾਂਗੇ, ਸੰਗੀਤਕ ਸਫ਼ਰ ਬਾਰੇ, ਗੀਤਾਂ ਬਾਰੇ ਜੀ, ਅਤੇ ਕਿਹੜੇ ਗਾਇਕਾਂ ਦੀ ਆਵਾਜ਼ ਦੇ ਵਿੱਚ ਗੀਤ ਆਏ ਜੀ, ਅਤੇ ਲਾਭ ਜੀ ਨਾਲ ਕਿਵੇਂ ਮੇਲ ਹੋਇਆ ਜੀ, ਅਤੇ ਉਸ ਤੋਂ ਬਾਅਦ ਮਾਨਕ ਸਾਹਿਬ ਨਾਲ ਕਿਵੇਂ ਮੇਲ ਹੋਇਆ ਜੀ, ਅਤੇ ਅੱਜ ਕੱਲ੍ਹ ਤੁਸੀਂ ਡਿਊਟੀ ਤੋਂ ਵੀ ਰਿਟਾਇਰ ਹੋ ਚੁੱਕੇ ਹੋ, ਇਹ ਵੀ ਗੱਲਬਾਤ ਕਰਾਂਗੇ। ਅਤੇ ਫਿਰ ਪਹਿਲਾ ਸਵਾਲ ਜਾਣਦੇ, ਤੁਹਾਨੂੰ ਗੀਤ ਲਿਖਣ ਦਾ ਸ਼ੌਕ ਕਿਵੇਂ ਪਿਆ ਜੀ? ਬੜਾ ਵਧੀਆ ਸਵਾਲ ਹੈ ਤੁਹਾਡਾ। ਸ਼ੁਰੂ ਇਹ ਗੱਲ ਹੋਊਗੀ 75-76 ਦੀ, ਹਾਲਾਂ ਮੈਂ ਉਦੋਂ 7ਵੀਂ 8ਵੀਂ ਜੀ ਪੜ੍ਹਦਾ ਸੀ, 76-77 ਦੀ। ਕੁਲਦੀਪ ਮਾਣਕ ਜੀਆਂ ਦੇ ਬੜੇ ਗੀਤ ਆ ਗਏ ਸੀ ਉਹਨਾਂ ਦਿਨਾਂ 'ਚ ਹੀ, ਇਹ ਆ ਗਏ 77-78 'ਚ ਆਇਆ ਤੇਰੇ ਟਿੱਲੇ ਤੋਂ ਸੂਰਦੀ ਦੀ ਹੀਰ ਦੀ। ਸਾਡੇ ਪਿੰਡ ਤਕਰੀਬਨ ਹਰ ਸਾਲ 1 ਜਾਂ 2 ਪ੍ਰੋਗਰਾਮ ਮਾਣਕ ਦੇ ਹੁੰਦੇ ਹੀ ਹੁੰਦੇ ਸੀ। ਮਾਣਕ ਤੋਂ ਬਿਨਾਂ ਸਾਡੇ ਪਿੰਡ ਦੇ ਲੋਕ ਹੋਰ ਕਿਸੇ ਨੂੰ ਇੰਨਾ ਪਸੰਦ ਨਹੀਂ ਸੀ ਕਰਦੇ ਜੀ, ਅਤੇ ਉਹਨਾਂ ਨੂੰ ਸੁਣਨ ਅਸੀਂ ਤਾਂ ਉਦੋਂ ਤਾਂ ਬੱਚੇ ਹੀ ਕਹੋ ਵੀ 6ਵੀਂ 7ਵੀਂ 'ਚ ਪੜ੍ਹਦੇ, ਮਤਲਬ ਉਹ ਪਰ ਉਹ ਦਿਲ 'ਚ ਵੜ ਗਿਆ ਕੁਲਦੀਪ ਮਾਣਕ। ਮਗਰੋਂ ਇਹਨਾਂ ਗੱਲਾਂ ਦਾ ਪਤਾ ਲੱਗਦਾ ਹੈ ਫਿਰ ਵੀ ਉਹਨਾਂ ਦਿਨਾਂ 'ਚ ਇਕੱਲੇ ਦੇਵ ਤਰੀਕਿਆਂ ਵਾਲੇ ਦੇ ਗੀਤ ਹੀ ਗਾਉਂਦੇ ਹੁੰਦੇ ਸੀ, ਉਹ ਲੋਕ ਗਾਥਾਵਾਂ, ਲੋਕ ਤੱਥ ਜੋ ਵੀ ਸੀ ਜੀ। ਅਤੇ ਉੱਥੋਂ ਇੱਕ ਚਿੰਗ ਉੱਠੀ, ਹੌਲੀ 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 ਇਹ ਪਾਂਬੜ ਬਣ ਗਈ। ਜਿਵੇਂ ਕਿ ਮਾਨਕ ਸਾਹਿਬ ਨੂੰ ਦੇਖ ਕੇ ਤੁਸੀਂ ਗੀਤ ਲਿਖਣ ਲੱਗੇ, ਸ਼ੌਂਕ ਜਿਹਾ ਜਾਗਿਆ। ਉਹ ਦੇਵ ਤਰੀਕੇ ਸਾਹਿਬ ਦੇ ਗੀਤ ਗਾਉਂਦੇ ਸੀ, ਉਹਨਾਂ ਦੇ ਲੋਕ ਗਾਥਾਵਾਂ ਸੁਣੀਆਂ, ਅਤੇ ਤੁਸੀਂ ਉਹਨਾਂ ਵਰਗਾ ਕਦੋਂ ਲਿਖਣ ਲੱਗੇ? ਦੇਖੋ, ਉਹਨਾਂ ਵਰਗਾ ਤਾਂ ਮੈਂ ਹਜੇ ਵੀ ਨਹੀਂ ਲਿਖਦਾ ਜੀ। ਦੇਵ ਤਰੀਕੇ ਵਾਲਾ ਉਹ ਮੇਰੇ ਆਦਰਸ਼ ਨੇ, ਉਹਨਾਂ ਵਰਗਾ ਲਿਖਣਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ, ਪਰ ਮੈਂ ਉਹਨਾਂ ਦੀਆਂ ਪਾਈਆਂ ਪੈੜਾਂ 'ਤੇ ਤੁਰਨ ਦੀ ਜ਼ਰੂਰ ਕੋਸ਼ਿਸ਼ ਕਰ ਰਿਹਾ, ਕੀਤੀ ਹੈ ਹੁਣ ਤੱਕ ਵੀ ਉਹਨਾਂ ਦੇ ਪਾਏ ਪੂਰਨਿਆਂ ਨੂੰ ਜਾਂ ਕਿ ਕਹਿਣ ਲਓ ਵੀ ਉਹਨਾਂ ਦੇ ਜਿਹੋ ਜਿਹੇ ਗੀਤ ਲਿਖਦੇ ਸੀ, ਉਹੋ ਜਿਹੇ ਗੀਤ ਮਤਲਬ ਜਿਹੜੇ ਆਮ ਪਰਿਵਾਰਾਂ 'ਚ ਬੈਠ ਕੇ ਸੁਣੇ ਜਾ ਸਕਣ, ਉਹੋ ਜਿਹੇ ਗੀਤ ਲਿਖਣ ਦੀ ਮੈਂ ਰਵਾਇਤ ਕਾਇਮ ਰੱਖੀ ਹੈ। ਅਤੇ ਸ਼ੁਰੂਆਤੀ ਸਮਿਆਂ ਦੇ ਵਿੱਚ ਕਿਸ ਤਰ੍ਹਾਂ ਦੇ ਗੀਤ ਲਿਖਦੇ ਤੁਸੀਂ? ਸ਼ੁਰੂਆਤੀ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਜਾਂਦੀ ਹੈ ਵੀ ਗੀਤ ਲਿਖਣ ਵਾਸਤੇ ਲਿਟਰੇਚਰ ਪੜ੍ਹਨਾ ਬਹੁਤ ਜ਼ਰੂਰੀ ਹੈ ਜੀ। ਮੇਰਾ ਖਿਆਲ ਹੈ ਵੀ ਦੇਖੋ, ਕਾਲਜ ਜਾਣ ਦਾ ਮੈਨੂੰ ਸੁਭਾਗ ਪ੍ਰਾਪਤ ਨਹੀਂ ਹੋਇਆ, ਮੈਂ ਮੈਟ੍ਰਿਕ ਹੀ ਪੜ੍ਹਿਆ ਹੋਇਆ। ਮੈਟ੍ਰਿਕ ਪੜ੍ਹਨ ਤੋਂ ਸਾਲ ਕੁ ਬਾਅਦ ਮੈਂ ਪੰਜਾਬ ਪੁਲਿਸ 'ਚ ਭਰਤੀ ਹੋ ਗਿਆ, ਪਰ ਮੈਟ੍ਰਿਕ ਤੋਂ ਸਾਲ ਡੇਢ ਸਾਲ ਦੇ ਵਿੱਚ ਮੇਰਾ ਖਿਆਲ ਹੈ ਮੈਂ ਨਾਨਕ ਸਿੰਘ ਅਤੇ ਜਸਵੰਤ ਕੰਵਲ ਦੇ ਘੱਟੋ ਘੱਟ 100 ਨਾਵਲ ਪੜ੍ਹਿਆ, ਦਿਨ ਰਾਤ। ਬੜੇ ਮੈਨੂੰ ਮਤਲਬ ਉੱਥੋਂ ਲਿਟਰੇਰੀ ਜਿਹੜੀ ਹੈ ਉਹ ਹੋਣੀ ਜ਼ਰੂਰੀ ਹੈ ਤੁਹਾਡੇ ਗੀਤਾਂ 'ਚ, ਲਿਟਰੇਚਰ। ਫਿਰ ਇਤਿਹਾਸ ਬੜਾ ਪੜ੍ਹਿਆ, ਧਾਰਮਿਕ ਵੀ, ਹੋਰ ਵੀ। ਗੁਰਬਖਸ਼ ਸਿੰਘ ਪ੍ਰੀਤ ਲੜੀ ਦਾ ਇਸ਼ਕ ਜਿਨ੍ਹਾਂ ਦੇ ਹੱਡੀ ਰਚਿਆ, ਉਹ ਇਹੋ ਜਿਹੀਆਂ ਚੀਜ਼ਾਂ।
ਪੜ੍ਹ ਕੇ ਪਤਾ ਲੱਗਦਾ ਸਾਰੀਆਂ ਗੱਲਾਂ ਦਾ, ਜਿੰਨਾ ਚਿਰ ਤੁਹਾਨੂੰ ਨੌਲੇਜ ਹੀ ਨਹੀਂ ਕਿਸੇ ਚੀਜ਼ ਬਾਰੇ ਤੁਸੀਂ ਲਿਖੋਗੇ ਕੀ। ਜਿਵੇਂ ਕਿ ਸਾਹਿਤ ਦੇ ਨੇੜੇ ਸੀ, ਤੁਸੀਂ ਸਾਹਿਤ ਨੂੰ ਪੜ੍ਹਿਆ ਤੇ ਸਾਹਿਤ ਦੇ ਵਿੱਚੋਂ ਗੱਲਾਂ ਝਲਕਦੀਆਂ ਲਿਖੀਆਂ, ਤੇ ਪਹਿਲਾ ਗੀਤ ਕਿਹਨਾਂ ਦੀ ਆਵਾਜ਼ ਦੇ ਵਿੱਚ ਰਿਕਾਰਡਿੰਗ ਹੋਇਆ? ਦੇਖੋ, ਜਦੋਂ ਮੈਂ ਪਹਿਲਾਂ ਹੀ ਦੱਸ ਚੁੱਕਿਆ ਵੀ ਮਾਣਕ ਸਾਹਿਬ ਨੂੰ ਸੁਣ ਕੇ ਮੈਂ ਲਿਖਣ ਲੱਗਿਆ ਤਾਂ ਮਨ 'ਚ ਇਹ ਇੱਛਾ ਸੀ ਯਾਰ ਵੀ ਹੁਣ ਲਿਖਣ ਲੱਗ ਗਏ ਆ, ਤੇ ਜੇ ਗੀਤ ਰਿਕਾਰਡ ਹੋਵੇ ਤਾਂ ਪਹਿਲਾਂ ਕੁਲਦੀਪ ਮਾਣਕ ਦੀ ਆਵਾਜ਼ 'ਚ ਹੋਵੇ। ਤੇ ਹੋਇਆ ਵੀ ਐਵੇਂ ਜੀ। ਸਾਲ 1988 'ਚ ਕੁਲਦੀਪ ਮਾਣਕ ਦੀ ਆਵਾਜ਼ 'ਚ ਮੇਰੇ 2 ਗੀਤ ਰਿਕਾਰਡ ਹੋ ਕੇ ਆ ਗਏ ਸੀ। ਫਿਰਦਾ ਪੁੱਤ ਚੌਧਰੀਆਂ ਦਾ ਵਾਂਗ ਸ਼ਦਾਈਆਂ ਦੀ, ਦੂਜਾ ਮਿਰਜੇ ਸਾਹਿਬਾਂ ਅਸੀਂ ਲੈਣ ਸਾਹਿਬਾਂ ਨੂੰ ਗਿਆ ਸੀ, ਛੋਟੇ ਦਿਓਰਾ ਵੀ ਜ਼ਿੰਦਗੀ ਗਵਾ ਕੇ ਬਹਿ ਗਿਆ। ਜਿਵੇਂ ਤੁਸੀਂ ਦੱਸ ਰਹੇ ਹੋ ਕਿ ਮਾਣਕ ਸਾਹਿਬ ਨੂੰ ਸੁਣਿਆ ਤੇ ਉਹਨਾਂ ਦੀ ਆਵਾਜ਼ ਦੇ ਵਿੱਚ ਗੀਤ ਰਿਕਾਰਡਿੰਗ ਹੋਏ, ਇਹ ਸਫ਼ਰ ਕਿੰਨਾ ਕੁ ਸੰਘਰਸ਼ ਭਰਿਆ ਰਿਹਾ? ਤੇ ਉਹਨਾਂ ਦੇ ਪਿੱਛੇ ਭੱਜਣ ਦੀ ਲੋੜ ਤਾਂ ਨਹੀਂ ਪਈ ਕਿ ਸਿੱਧੇ ਹੀ ਉਹਨਾਂ ਨੂੰ ਗੀਤ ਲਿਖ ਕੇ ਦਿੱਤੇ, ਉਹਨਾਂ ਨੇ ਸਿੱਧੇ ਹੀ ਗਾ ਦਿੱਤੇ? ਉਹ ਇੱਕ ਸਬੱਬ ਇਹ ਬਣਿਆ, ਦੇਖੋ ਭੱਜਣ ਦੀ ਜ਼ਰੂਰਤ ਨਹੀਂ ਪਈ। ਉਹ ਬਾਅਦ 'ਚ ਤਾਂ ਮੈਨੂੰ ਮਤਲਬ ਆਪਦੇ ਪੁੱਤਾਂ ਵਾਂਗੂ ਪਿਆਰ ਦੇਣ ਲੱਗ ਪਏ ਸੀ ਜੀ। ਉਹ ਰਿਕਾਰਡਿੰਗਾਂ 'ਤੇ ਮੈਨੂੰ ਪਹਿਲਾਂ ਹੀ ਫੋਨ ਕਰਕੇ ਵੀ ਆਪਣੀ ਰਿਕਾਰਡਿੰਗ ਹੈ ਦਿੱਲੀ ਇਸ ਤਰੀਕ ਨੂੰ, ਤੂੰ ਆ ਜਾ ਯਾਰ। ਉੱਥੇ ਮੇਰੇ ਉੱਤੋਂ ਦੀ ਪੈ ਜਾਂਦੇ ਬੰਦੇ ਕਈ ਵਾਰੀ, ਫਿਰ ਚੰਗੇ ਗੀਤ ਰਹਿ ਜਾਂਦੇ ਆ, ਤੇ ਤੂੰ ਆਉਣਾ ਹੈ। ਉਹ ਚਲੇ ਜਾਂਦੇ ਸੀ ਉੱਥੇ। ਰਹੀ ਗੱਲ ਵੀ ਉਹ ਸੁਭਾਅ ਕਿਵੇਂ ਪ੍ਰਾਪਤ ਹੋਇਆ ਉਹਨਾਂ ਨੂੰ ਮਿਲਣ ਦਾ, ਉਹਨਾਂ ਦਾ ਨਾ ਭਤੀਜਾ ਮੁੰਡਾ ਮੇਸ਼ੀ ਮਾਣਕ, ਉਹ ਸਾਡਾ ਮਿੱਤਰ ਸੀ। ਮੇਸ਼ੀ ਮਾਣਕ ਦਾ 1986-87 'ਚ ਵਿਆਹ ਸੀ, ਉੱਥੇ ਅਸੀਂ ਸਾਰੇ ਇਕੱਠੇ ਹੋਏ। ਉੱਥੇ ਮਾਣਕ ਸਾਹਿਬ ਨਾਲ ਮੁਲਾਕਾਤ ਹੋਈ। ਉੱਥੇ ਗੀਤ ਵਿਆਹ 'ਚ ਗਾਉਣੇ, ਆਪ ਵੀ ਗਾਈ ਗਏ। ਮਾਣਕ ਸਾਹਿਬ ਨੇ ਪਸੰਦ ਕੀਤੇ ਮੇਰੇ ਗੀਤ, ਔਰ ਮੈਨੂੰ ਕਿਹਾ ਵੀ ਯਾਰ ਨਾ ਪਤਾ ਨਹੀਂ 15 ਤਰੀਕ ਸੀ, ਪਤਾ ਨਹੀਂ ਕਿੰਨੀ ਵੀ, ਅਮਰਪੁਰਾ ਬਸਤੀ 'ਚ ਮੇਰਾ ਪ੍ਰੋਗਰਾਮ ਹੈ, ਉੱਥੇ ਤੋਂ ਨਾ ਮੈਨੂੰ ਘੱਟੋ ਘੱਟ 15-20 ਗੀਤ ਲੈ ਕੇ ਆ, ਤੇ ਮੈਂ ਗੀਤ ਗਾਉਣੇ ਆ ਤੇਰੇ। ਮੈਂ ਉਹ ਮਿੱਥੀ ਤਰੀਕ 'ਤੇ ਰਜਿਸਟਰ 'ਚ ਗੀਤ ਲਿਖ ਕੇ ਵੀ ਲੈ ਗਿਆ। ਕੁਦਰਤੀ ਉਹਨਾਂ ਨੇ ਅਮਰੀਕਾ ਜਾਣਾ ਸੀ। ਅਮਰੀਕਾ ਜਾਣ ਵੇਲੇ ਉਹਨਾਂ ਨੂੰ ਦਿੱਲੀ ਰੁਕਣਾ ਪੈ ਗਿਆ, ਕੋਈ ਕਾਗਜ਼ੀ ਪੱਤਰੀ ਅੜਚਨ ਹੋਣ ਕਰਕੇ 15-20 ਦਿਨ ਉੱਥੇ। ਫਿਰ ਮੇਰਾ ਖਿਆਲ ਹੈ ਵੀ ਪੰਜਾਬ ਦੀਆਂ ਸਾਰੀਆਂ ਹੀ ਕੰਪਨੀਆਂ ਪਹੁੰਚ ਗਈਆਂ ਦਿੱਲੀ। ਉਦੋਂ ਕੈਸਟ ਕਲਚਰ ਸ਼ੁਰੂ ਹੋਇਆ ਸੀ, ਤੇ ਉਦੋਂ ਫਿਰ ਉਹ ਕੈਸਟ ਮੈਕਸ ਕੰਪਨੀ ਨੇ ਮੇਬੀ ਕੱਢੀ ਸੀ, ਉਹਦੇ 'ਚ ਇਹ 2 ਗੀਤ ਮੇਰੇ ਰਿਕਾਰਡ ਹੋਏ ਸੀ। ਕਾਫੀ ਕੈਸਟਾਂ ਕੀਤੀਆਂ ਰਿਕਾਰਡ, ਪਰ ਇਸ ਕੈਸਟ 'ਚ ਮੇਰੇ 2 ਗੀਤ ਹੋਏ ਸੀ। ਤੇ ਮਾਣਕ ਸਾਹਿਬ ਨੇ ਟੋਟਲ ਕਿੰਨੇ ਗੀਤ ਗਾਏ ਹੈ ਜੀ? ਮੇਰੇ ਲਗਭਗ 35-36 ਗੀਤ ਮਾਣਕ ਸਾਹਿਬ ਦੀ ਆਵਾਜ਼ 'ਚ ਰਿਕਾਰਡ ਹੋਏ। ਤੇ ਉਹਨਾਂ ਦੇ ਵਿੱਚੋਂ ਨਾਮਵਰ ਕਿਹੜੇ ਉੱਭਰ ਕੇ ਆਏ ਜੋ ਗੀਤ, ਉਹ ਕਿਹੜੇ? ਹਾਂ, ਬੜਾ ਵਧੀਆ ਤੁਹਾਡਾ ਸਵਾਲ। ਦੇਖੋ, ਮੈਂ ਕਦੇ ਵੀ ਮੁਨਕਰ ਨਹੀਂ ਹੋਇਆ ਇਸ ਗੱਲ ਤੋਂ, ਗੀਤਕਾਰ ਚਾਹੇ ਮੈਂ ਹੋਵਾਂ ਚਾਹੇ ਕੋਈ ਹੋਰ ਹੋਵੇ, ਜਿੰਨਾ ਚਿਰ ਉਹਦੀ ਪਛਾਣ ਨਹੀਂ ਨਾ ਬਣਦੀ ਉਹਨਾਂ ਚਿਰ ਉਹ ਕਿੰਨਾ ਹੀ ਵਧੀਆ ਲਿਖਦਾ ਹੈ ਜੀ। ਮੇਰੀ ਪਛਾਣ ਜਿਹੜੀ ਮਾਣਕ ਸਾਹਿਬ ਨੇ ਇਸ ਕੈਸਟ ਤੋਂ ਬਾਅਦ 'ਚ ਜਿਹੜੀ ਕੈਸਟ ਹੋਈ, ਉਹ ਕੈਸਟ ਦਾ ਟਾਈਟਲ ਸੀ ਦਫਾ ਹੋ ਜਾਣੀ, ਟੈਕਸਲਾ ਕੰਪਨੀ ਨੇ ਦਿੱਤੀ ਸੀ ਉਹ। ਉਹਦੇ 'ਚ ਮੇਰੇ 2 ਗੀਤ ਸੀ, ਪੁੱਤਰ ਦੀ ਕਸਮ ਕਦੇ ਵੀ ਲੱਖਾਂ ਤੇ ਖਾਈਏ ਨਾ, ਦੂਜਾ ਗੀਤ ਸੀ ਹੁਣ ਬਸ ਕਰ ਯਾਰਾ ਤੇਰੀ ਯਾਰੀ ਵੇਖ ਲਈ। ਇਹਨਾਂ 'ਚੋਂ ਇਹ ਗੀਤ ਜਿਹੜਾ ਪੁੱਤਰ ਦੀ ਕਸਮ, ਇਹ ਬਹੁਤ ਮਾਣਕ ਸਾਹਿਬ ਦਾ ਲਗਭਗ 8-10 ਸਾਲ ਇਹ ਗੀਤ ਸਟੇਜ ਤੋਂ, ਬਾਬਾ ਬੰਦਾ ਬਹਾਦਰ ਤੋਂ ਬਾਅਦ ਦੂਜਾ ਗੀਤ ਇਹ ਰਿਹਾ 8-10 ਸਾਲ ਸਟੇਜ 'ਤੇ, ਬਹੁਤ ਮਤਲਬ ਦੁਨੀਆ ਭਰ 'ਚ ਵੱਜਿਆ ਇਹ ਗੀਤ। ਤੇ ਅੱਜ ਵੀ ਅਸੀਂ ਕੋਈ ਕਿਸੇ ਹੋਰ ਕਲਾਕਾਰ ਦਾ ਅਖਾੜਾ ਦੇਖਦੇ ਹਾਂ ਜਾਂ ਕੋਈ ਸੱਭਿਆਚਾਰ ਪ੍ਰੋਗਰਾਮ ਦੇ ਉੱਤੇ, ਅਕਸਰ ਇਹ ਗੀਤ ਕੋਈ ਨਾ ਕੋਈ ਨਵਾਂ ਕਲਾਕਾਰ ਵੀ ਗਾਉਂਦਾ, ਪੁੱਤਰ ਦੀ ਕਸਮ ਕਦੇ ਵੀ ਲੱਖਾਂ ਦੇ ਖਾਈਏ ਨਾ। ਤੇ ਪੁੱਤਰ ਦੀ ਕਸਮ ਵਾਲਾ ਗੀਤ ਕਿਵੇਂ ਲਿਖਣ ਦਾ ਸਬੱਬ ਬਣਿਆ? ਦੇਖੋ, ਇਹ ਮੈਂ ਉਹਨਾਂ ਦਿਨਾਂ 'ਚ, ਇਹ 85 ਦੀ ਗੱਲ ਆ ਜਦੋਂ ਗੀਤ ਲਿਖਿਆ। ਮੈਂ ਝਨੀਰ ਚੌਕੀ ਹੁੰਦੀ ਸੀ, ਉੱਥੇ ਮੈਂ ਕਨਸਟੇਬਲ ਸੀ ਉਹਨਾਂ ਦਿਨਾਂ 'ਚ। ਗੀਤ ਤਾਂ ਲਿਖਣੇ ਸ਼ੁਰੂ ਹੋਏ ਗਏ ਸੀ 80-81 ਤੋਂ ਹੀ, ਤੇ ਉੱਥੇ ਨਾ ਮਨ 'ਚ ਇਹ ਗੱਲਾਂ ਜਦੋਂ ਸੁਣਦੇ ਗੀਤ ਸੁਣਦੇ ਰਹੇ ਵੀ ਆਹ ਲੋਕ ਤੱਥ ਹੈ, ਆਹ ਜਿਹੜਾ ਮਿਥਿਹਾਸਕ ਹੈ, ਆਹ ਇਤਿਹਾਸਕ ਹੈ, ਆਹ ਲੋਕ ਗਾਥਾ ਹੈ। ਇਵੇਂ ਕਰਕੇ ਨਾ ਲੋਕ ਤੱਥ ਇਹ ਮਤਲਬ ਆਇਆ ਮਨ 'ਚ ਵੀ ਯਾਰ ਲੋਕ ਤੱਥ ਲਿਖੇ ਜਾਣ ਜਿਹੜੇ ਲੋਕਾਂ ਦੇ ਵਿੱਚ ਵੱਜਣ। ਉਹ ਬਸ ਇੱਥੋਂ ਇਹ ਗੱਲ ਚੱਲੀ ਵੀ ਇਹ ਆਮ ਇੱਕ ਸਾਡੇ ਮਤਲਬ ਹੁਣ ਤਾਂ ਇਹਨਾਂ ਗੱਲਾਂ ਨੂੰ ਕੋਈ ਬਹੁਤਾ ਡੀਪਲੀ ਲੈਂਦਾ ਨਹੀਂ, ਉਦੋਂ ਇਹ ਬੜੀ ਗੱਲ ਸਮਝੀ ਯਾਰ ਐਵੇਂ ਜਣੀ ਖਣੀ ਗੱਲ। ਤਾਂ ਵੈਸੇ ਤਾਂ ਸਹੁੰ ਖਾਣੀ ਨਹੀਂ ਚਾਹੀਦੀ, ਪਰ ਉਹ ਕਹਿੰਦੇ ਹੁੰਦੇ ਪੁੱਤਰ ਦੀ ਕਦੇ ਵੀ ਨਹੀਂ ਖਾਣੀ ਚਾਹੀਦੀ, ਕਿਉਂਕਿ ਪਰਮਾਤਮਾ ਵੱਲੋਂ ਬਖਸ਼ੀਆਂ ਹੋਈਆਂ ਇਹ ਦਾਤਾਂ ਹੁੰਦੀਆਂ ਨੇ। ਇਸ ਕਰਕੇ ਇਹ ਉਦੋਂ ਦਿਮਾਗ 'ਚ ਆਈ ਗੱਲ, ਇਹਦੇ 'ਚ ਸਾਰੀਆਂ ਹੀ ਗੱਲਾਂ ਬਹੁਤ ਆਈਆਂ ਹੋਈਆਂ। ਤੇ ਅਕਸਰ ਇਹ ਗੀਤ ਹਰ ਇੱਕ ਪੰਜਾਬੀ ਨੇ ਸੁਣਿਆ ਹੈ, ਪੁੱਤਰ ਦੀ ਕਸਮ ਕਦੇ ਵੀ ਲੱਖਾਂ ਦੇ ਖਾਈਏ ਨਾ। ਇਹਦੀਆਂ ਚੰਦ ਲੈਣਾ ਤੁਸੀਂ ਦਰਸ਼ਕਾਂ ਨਾਲ ਸਾਂਝੀਆਂ ਜ਼ਰੂਰ ਕਰੋ ਜੀ। ਇੱਦਾਂ ਹੀ ਸ਼ੁਰੂ ਅਸੀਂ ਭੋਜਨ ਤੇ ਭਜਨ ਖਜ਼ਾਨਾ ਪਰਦੇ ਬਿਨ ਰੱਖੀਏ ਨਾ, ਆਪਣੀ ਗੱਲ ਕਰਕੇ ਕਹਿੰਦੇ ਆਪੇ ਹੀ ਹੱਸੀਏ ਨਾ, ਬੂਹੇ ਤੇ ਅੱਕ ਸਿਆਣੇ ਕਹਿੰਦੇ ਕਦੇ ਲਾਈਏ ਨਾ, ਪੁੱਤਰ ਦੀ ਕਸਮ ਕਦੇ ਵੀ ਲੱਖਾਂ ਦੇ ਖਾਈਏ ਨਾ, ਪੁੱਤਰ ਦੀ ਕਸਮ ਕਦੇ ਵੀ ਲੱਖਾਂ ਦੇ ਖਾਈਏ ਨਾ। ਤੇ ਬਹੁਤ ਸੋਹਣਾ ਗੀਤ ਆ। ਧਾਲੀਵਾਲ ਸਾਹਿਬ, ਇੱਕ ਤੁਹਾਡਾ ਲਿਖਿਆ ਹੋਇਆ ਗੀਤ ਮਾਣਕ ਸਾਹਿਬ ਨੇ ਗਾਇਆ ਸੀ, ਲੋੜ ਪਈ ਤੋਂ ਪਰਖਾਂਗੇ ਯਾਰਾ ਉਹ ਤੇਰੀ ਯਾਰੀ ਨੂੰ। 1996 ਦੇ ਵਿੱਚ ਜਦੋਂ ਉਹ ਵੋਟਾਂ ਦੇ ਵਿੱਚ ਖੜੇ ਸੀ,
ਅਕਸਰ ਹੀ ਹਰ ਸਟੇਜ ਤੇ ਗਾਉਂਦੇ ਸੀ, ਤੇ ਤੁਹਾਨੂੰ ਕਿਸ ਤਰ੍ਹਾਂ ਦਾ ਮਾਣ ਮਹਿਸੂਸ ਹੁੰਦਾ ਇਹ ਗੀਤ ਲਿਖ ਕੇ ਜੀ? ਇਹ ਨਾ ਐਕਚੁਅਲੀ ਗੀਤ ਰਿਕਾਰਡ ਤਾਂ ਹੋਇਆ ਸੀ 1993 ਚ। ਇਹ ਬਠਿੰਡੇ ਦੀ ਕੰਪਨੀ ਸੀਗੀ ਸੀ ਰੌਕ। ਉੱਥੇ ਉਹ ਕੁਦਰਤੀ ਮੈਨੂੰ ਨਹੀਂ ਸੀ ਅਜੇ ਕੰਪਨੀ ਮਿਲੀ, ਮਾਨਕ ਸਾਹਿਬ ਕੋਲ ਮੇਰੇ ਗੀਤ ਪਏ ਸੀ, ਉਸ ਕੈਸਟ 'ਚ ਵੀ 2 ਗੀਤ ਹੋਏ ਸੀ। ਉਹ ਬਟ ਦਿੱਲੀ ਰਿਕਾਰਡਿੰਗ ਕਰਦੇ। ਉੱਥੇ ਇੱਕ ਮੇਰਾ ਦੋਸਤ ਹੈ ਮਾਨਸਾ ਤੋਂ, ਬੜਾ ਨਾਮਵਰ ਹੈਗਾ ਬੰਦਾ, ਅਸ਼ੋਕ ਬੰਸਲ। ਉਹ ਸਡਨਲੀ ਚਲਾ ਗਿਆ ਕਿਤੇ ਸਟੂਡੀਓ 'ਚ ਆਪਦੇ ਕੰਮ 'ਚ, ਕਿਉਂਕਿ ਉਹ ਵੀ ਇਹੀ ਕੰਮ ਕਰਦਾ ਸੀ। ਉਹ ਕੰਪਨੀ ਨੂੰ ਉਹਨੇ ਕਿਹਾ ਜੇ ਤੁਸੀਂ ਕੈਸਟ ਚਲਾਉਣੀ ਹੈ ਨਾ, ਇਹਦੇ ਰਜਿਸਟਰ 'ਚ ਮਾਨਕ ਸਾਹਿਬ ਦੇ 2 ਗੀਤ ਪਏ ਨੇ ਸੁਖਵਿੰਦਰ ਧਾਲੀਵਾਲ ਦੇ, ਉਹ ਰਿਕਾਰਡ ਕਰ ਲਓ। ਉਹਨਾਂ 'ਚ ਇੱਕ ਕਰ ਲਓ, ਲੋੜ ਪਈ ਤਾਂ ਪਰਖਾਂਗੇ ਯਾਰੋ ਤੇਰੀ ਯਾਰੀ ਨੂੰ। ਉਹਨਾਂ ਨੇ ਦੋਨੇ ਕਰ ਲਏ। ਪਰ ਇਹ ਗੀਤ ਜਦੋਂ ਕੈਸਟ 1993 ਚ ਆਈ ਉਦੋਂ ਵੀ, ਤੇ ਫਿਰ ਉਦੋਂ ਬਾਅਦ ਇਲੈਕਸ਼ਨ 'ਚ ਤਾਂ ਮੇਰਾ ਖਿਆਲ ਹੈ ਵੀ ਬੇਥਾ ਕੈਸਟ ਵਿਕੀ ਹੋਣੀ ਹੈ ਲੱਖਾਂ ਦੇ ਹਿਸਾਬ ਨਾਲ, ਕਿਉਂਕਿ ਉਹ ਮਾਨ ਸਾਹਿਬ ਆਪ ਚੋਣ ਲੜ ਰਹੇ ਸੀਗੇ। ਉਹ ਹਰੇਕ ਪਿੰਡ ਜਿੱਥੇ ਜਾਂਦੇ ਸੀਗੇ, ਉਹ ਬਠਿੰਡਾ ਕੰਸਟੀਚੁਐਂਸੀ ਤੋਂ ਹੀ ਚੋਣ ਲੜੇ ਸੀ। ਤੇ ਉਹ ਮੇਰਾ ਖਿਆਲ ਹੈ ਵੀ ਕੋਈ ਇਹੋ ਜਿਹਾ ਪਿੰਡ ਨਹੀਂ ਹੋਣਾ ਜਿੱਥੇ ਉਹ ਗੀਤ ਉਹਨਾਂ ਨੇ ਖਾੜਾ 'ਚ ਤਾਂ ਗਾਉਂਦੇ ਸੀ, ਉੱਥੇ ਇਲੈਕਸ਼ਨ 'ਚ ਬਹੁਤ ਉਹਨਾਂ ਨੇ ਲੋਕਾਂ ਨੂੰ ਮਤਲਬ ਇਹ ਗੱਲ ਕਹਿੰਦੇ ਵੀ ਮੈਨੂੰ ਹੁਣ ਤੱਕ ਤੁਸੀਂ ਪਰਖਦੇ ਹੋ, ਹੁਣ ਮੈਂ ਤੁਹਾਨੂੰ ਪਰਖਣਾ ਜੀ। ਉਹ ਐਵੇਂ ਕਰਕੇ ਲੋਕਾਂ ਨੇ ਬੜਾ ਉਹ ਗੀਤ ਨੂੰ ਚੱਕਿਆ, ਬੜਾ ਸੁਣਿਆ ਜਾਂਦਾ, ਅੱਜ ਵੀ ਬਹੁਤ ਸੁਣਿਆ ਜਾਂਦਾ ਜੀ। ਅੱਜ ਵੀ ਗੀਤ ਸੁਣਿਆ ਜਾ ਰਿਹਾ, ਬਹੁਤ ਮਾਣ ਮਿਲਦਾ ਤੁਹਾਡੇ ਲਿਖੇ ਹੋਏ ਗੀਤਾਂ ਨੂੰ। ਤੇ ਤੁਸੀਂ ਜ਼ਿਆਦਾ ਲੋਕ ਤੱਥ ਹੀ ਲਿਖੇ ਆ ਗੀਤ ਮਾਨਕ ਸਾਹਿਬ ਨੂੰ ਜੋ ਲਿਖ ਕੇ ਦਿੱਤੇ ਨੇ? ਇਕੱਲੇ ਲੋਕ ਤੱਥ ਨਹੀਂ, ਲੋਕ ਤੱਥ ਵੀ ਲਿਖੇ ਆ, ਲੋਕ ਗਾਥਾ ਵੀ ਲਿਖੀਆਂ ਨੇ, ਤੇ ਸੋਲੋ ਗੀਤ ਵੀ ਲਿਖੇ। ਦੁਗਾਣੇ ਮੈਂ ਬਹੁਤ ਘੱਟ ਲਿਖੇ ਆ, ਦੁਗਾਣੇ ਬਹੁਤ ਥੋੜੇ ਲਿਖੇ ਨੇ। ਤੇ ਮਾਨਕ ਸਾਹਿਬ ਨੇ ਕੋਈ ਦੁਗਾਣਾ ਤਾਂ ਨਹੀਂ ਗਾਇਆ ਜੀ? ਹਾਂ ਗਾਇਆ, ਇੱਕ ਦੁਗਾਣਾ ਗਾਇਆ ਮਾਨਕ ਸਾਹਿਬ ਨੇ ਮੇਰਾ। ਉਹ ਨਾ ਗੋਇਲ ਕੰਪਨੀ ਨੇ ਕੈਸਟ ਕੀਤੀ ਸੀ, ਉਹਦਾ ਟਾਈਟਲ ਗੀਤ 5 ਗੀਤ ਸੀ ਉਹਦੇ 'ਚ। ਮੇਰੇ ਟਾਈਟਲ ਵੀ ਮੇਰਾ ਸੀ ਕਰੇ ਨਾ ਯਾਰ ਮਾਰ ਮਿੱਤਰੋ। ਉਹਦੇ 'ਚ ਇੱਕ ਹੀਰ ਰਾਂਝੇ ਦਾ ਡਿਊਟ ਦੁਗਾਣਾ ਗੀਤ ਸੀਗਾ, ਉਹ ਗਾਇਆ ਸੀ ਮਾਨਕ ਸਾਹਿਬ। ਤੇ ਮਾਨਕ ਸਾਹਿਬ ਨੇ ਕਾਫੀ ਗੀਤ ਗਾਏ ਆ ਤੁਹਾਡੇ, ਵੈਸੇ ਸਾਰੇ ਦਿਲ ਦੇ ਕਰੀਬ ਹੁੰਦੇ ਆ। ਉਹਨਾਂ ਦੇ ਵਿੱਚੋਂ ਸਭ ਤੋਂ ਵਧੀਆ ਗੀਤ ਕਿਹੜਾ ਲੱਗਦਾ ਤੁਹਾਨੂੰ? ਦੇਖੋ ਗੀਤ ਜਿਹੜੇ ਗੀਤਕਾਰ ਨੂੰ ਆ ਉਹ ਸਾਰੇ ਪੁੱਤਾਂ ਧੀਆਂ ਵਰਗੇ ਹੁੰਦੇ ਨੇ। ਇਹ ਨਹੀਂ ਹੁੰਦਾ ਵੀ ਬਈ ਹਾਂ ਇਹ ਗੱਲ ਵੱਖਰੀ ਹੈ ਵੀ ਲੋਕਾਂ ਨੂੰ ਕਿਹੜਾ ਵਧੀਆ ਲੱਗਦਾ, ਕਿਉਂਕਿ ਲੋਕਾਂ ਨੂੰ ਉਹ ਵਧੀਆ ਲੱਗੂ ਨਾ ਜਿਹੜਾ ਲੋਕਾਂ ਨੇ ਸੁਣ ਲਿਆ। ਬੜੇ ਗੀਤ ਇਹੋ ਜਿਹੇ ਹੁੰਦੇ ਆ ਜਿਹੜੇ ਰਜਿਸਟਰਾਂ 'ਚ ਪਏ ਰਹਿ ਜਾਂਦੇ, ਪਰ ਉਹ ਬੜੇ ਦਿਲ ਦੇ ਕਰੀਬ ਹੁੰਦੇ ਨੇ। ਸੋ ਮੈਨੂੰ ਤਾਂ ਮੇਰੇ ਸਾਰੇ ਗੀਤ ਹੀ ਵਧੀਆ ਲੱਗਦੇ। ਨਹੀਂ ਫਿਰ ਵੀ ਇੱਕ ਗੀਤ ਦਾ ਨਾਮ ਲੈਣਾ ਹੋਵੇ? ਉਹ ਤੁਸੀਂ ਲੈ ਹੀ ਲਿਆ ਪਹਿਲਾਂ, ਪੁੱਤਰ ਦੀ ਕਸਮ, ਜਿਹੜਾ ਕਿ ਲੋਕਾਂ ਨੇ ਬਹੁਤ ਸੁਣਿਆ। ਲੋੜ ਪਈ ਤਾਂ ਪਰਖਾਂਗੇ ਯਾਰ ਉਹ ਤੇਰੀ ਯਾਰੀ ਨੂੰ। ਹੋਰ ਬੜੇ ਗੀਤ ਨੇ, ਮਤਲਬ ਗੱਲ ਉੱਥੇ ਫੇਰ ਆ ਜਾਂਦੀ ਹੈ ਵੀ ਜਿੰਨਾ ਚਿਰ ਉਹ ਮਾਰਕੀਟ 'ਚ ਲੋਕਾਂ ਕੋਲੇ ਨਹੀਂ ਜਾਂਦੇ ਉਹਨਾਂ ਚਿਰ ਉਹ ਫਿਰ ਉਹ ਆਪਦੇ ਪਿਆਰੇ ਹੀ ਹੁੰਦੇ ਨੇ ਗੀਤ। ਲੋਕਾਂ ਦੇ ਪਿਆਰੇ ਉਦੋਂ ਬਣਦੇ ਜਦੋਂ ਲੋਕ ਸੁਣ ਲੈਂਦੇ। ਧਾਲੀਵਾਲ ਸਾਹਿਬ, ਤੁਸੀਂ ਮਾਨਕ ਸਾਹਿਬ ਦੇ ਨਾਲ ਬਤੌਰ ਗੀਤਕਾਰ ਵਿਚ ਰਹੇ ਹੋ ਕਿ ਇੱਕ ਬਠਿੰਡੇ ਦੇ ਹੋਣ ਕਰਕੇ ਪਰਿਵਾਰਕ ਜੇ ਰਿਲੇਸ਼ਨ ਤੌਰ ਤੇ ਵਿਚ ਰਹੇ ਉਹਨਾਂ ਨਾਲ? ਉਹਨਾਂ ਨਾਲ ਦੇਖੋ ਸ਼ੁਰੂਆਤ ਤਾਂ ਮੇਰੇ ਵੱਲੋਂ ਆਪਦੀ ਮਤਲਬ ਜਿਹੜੀ ਸੀ ਇਹ ਜੇ ਗੀਤਕਾਰੀ ਹੋਈ, ਪਰ ਉਹ ਕੀ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਉਹਨਾਂ ਦਾ ਜਿਹੜਾ ਭਤੀਜਾ ਮੁੰਡਾ ਮੇਸ਼ੀ ਮਾਨਕ, ਉਹਨਾਂ ਦੀ ਰੀਸ ਨਾਲ ਅਸੀਂ ਚਾਚਾ ਹੀ ਕਹਿੰਦੇ ਸੀ ਮਾਨਕ ਸਾਹਿਬ ਨੂੰ ਜੀ। ਤੇ ਉਹਨਾਂ ਨੇ ਵੀ ਧੀਆਂ ਪੁੱਤਾਂ ਵਾਲਾ ਪਿਆਰ ਹੀ ਦਿੱਤਾ। ਮਤਲਬ ਬਤੌਰ ਗੀਤਕਾਰ ਉਹਨਾਂ ਨੇ ਨਹੀਂ ਮੈਨੂੰ ਕਦੇ ਮਤਲਬ ਇਹ ਵੀ ਉਹ ਨਾ ਇਹ ਮੇਰਾ ਜਿੱਥੇ ਬੋਲਦੇ ਸੀ ਖੜੇ ਹੋ ਕੇ ਸਟੇਜ 'ਤੇ ਉਹ ਬੇਬਾਕ ਜਿਹੇ ਬੰਦੇ ਸੀ। ਉਹ ਸ਼ਰੇਆਮ ਹੀ ਕਹਿੰਦੇ ਸੀ ਵੀ ਯਾਰ ਇਹ ਮੈਨੂੰ ਜੇ ਕਹਿ ਦੂ ਨਾ ਵੀ ਟਿੱਬੇ 'ਤੇ ਖੜ੍ਹ ਕੇ ਗਾਈ ਜਾਂ ਮੇਰਾ ਪੁੱਤ ਹੈ ਇਹ, ਮੈਂ ਇਹਦੇ ਆਖੇ ਗਾਈ ਜਾਊਂ। ਬੜੀਆਂ ਸਟੇਜਾਂ 'ਤੇ ਇਹ ਗੱਲ ਕਹੀ ਉਹਨਾਂ ਨੇ। ਤਾਂ ਆਪ ਨੂੰ ਬੜਾ ਮਾਣ ਹੁੰਦਾ ਹੈ ਵੀ ਅਸੀਂ ਯਾਰ ਇੰਨੇ ਵੀ ਕਾਬਲ ਹੈਗੇ ਹਾਂ। ਤੇ ਵੈਸੇ ਅਸੀਂ ਵੀ ਸੁਣ ਰਹੇ ਸੀ ਤੁਹਾਡੇ ਪਿੰਡ ਦੇ ਕਾਫੀ ਨੌਜਵਾਨ ਮੇਰੇ ਨਾਲ ਅਟੈਚ ਆ, ਉਹ ਦੱਸਦੇ ਸੀ ਕਹਿੰਦੇ ਕਿ ਮਾਨਕ ਸਾਹਿਬ ਦਾ ਅਖਾੜਾ ਕਿਤੇ ਮੌੜ ਤਲਵੰਡੀ ਸਾਬੋ ਜਾਂ ਰਾਮਾ ਮੰਡੀ ਹੋਣਾ, ਤੇ ਮਾਨਕ ਸਾਹਿਬ ਇੱਥੇ ਅਕਸਰ ਹੀ ਰੋਕ ਕੇ ਜਾਂਦੇ ਸੀ ਅੱਗੇ ਜਾਣ ਵੇਲੇ ਜਾਂ ਆਉਣ ਵੇਲੇ। ਹਾਂ ਇਹ ਜਦੋਂ ਤਾਂ ਮੈਂ ਪਿੰਡ ਕਿਤੇ ਹੁੰਦਾ ਉਹਨਾਂ ਨੂੰ ਪਤਾ ਤਾਂ ਲੱਗ ਹੀ ਜਾਂਦਾ। ਜਦੋਂ ਖਾਸ ਕਰਕੇ ਤਾਂ ਮੋਬਾਈਲ ਤਾਂ ਆਏ 2001-2 'ਚ ਆਪਣੇ ਕੋਲੇ, ਉਦੋਂ ਪਹਿਲਾਂ ਘਰੇ ਲੈਂਡਲਾਈਨ ਫੋਨ ਹੁੰਦਾ, ਇੱਧਰ ਕਿਤੇ ਆਉਣਾ ਹੁੰਦਾ ਜਾਂ ਘਰ ਵਾਲੇ ਫੋਨ 'ਤੇ ਉਹਨਾਂ ਨੇ ਦੱਸ ਦੇਣਾ, ਕਿਸੇ ਨਾ ਕਿਸੇ ਤਰੀਕੇ ਨਾਲ ਸੁਨੇਹਾ ਪਹੁੰਚਾ ਹੀ ਦਿੰਦੇ। ਮਾਨਸਾ ਮੈਂ ਜ਼ਿਆਦਾ ਸਰਵਿਸ ਕੀਤੀ ਹੈ, ਮਾਨਸਾ ਵਾਲੇ ਪਾਸੇ ਹੋਣਾ ਤਾਂ ਮਾਨਸਾ ਮੈਂ ਉੱਥੇ ਵਧੀਆ ਮਕਾਨ ਮੇਰੇ ਕੋਲੇ ਸੀਗਾ ਕਿਰਾਏ 'ਤੇ, ਉੱਥੇ ਮੇਰੇ ਕੋਲੇ ਉਹਨਾਂ ਨੇ ਪਹਿਲਾਂ ਆ ਕੇ ਰੁਕਣਾ। ਜੇ ਕਿਤੇ ਰਾਤ ਰੁਕਣਾ ਜਾਂ ਪਿੰਡ ਜਾਂ ਮਾਨਸਾ, ਅਗਲੇ ਦਿਨ ਪ੍ਰੋਗਰਾਮ ਫਿਰ ਹੁੰਦਾ ਇਸ ਏਰੀਏ 'ਚ, ਫਿਰ ਉਹ ਰਾਤ ਵੀ ਮੇਰੇ ਕੋਲੇ ਰੁਕ ਜਾਂਦੇ। ਤੇ ਵੈਸੇ ਮੈਂ ਗੱਲ ਕਹਿਣੀ ਨਹੀਂ ਚਾਹੁੰਦਾ, ਫਿਰ ਵੀ ਕਹਿ ਰਿਹਾ ਜੀ, ਤੇ ਕਦੇ ਸ਼ਾਮ ਨੂੰ ਬੈਠੇ ਹੋਗੇ ਪੈਗ ਸ਼ੈਗ ਲਾਏ ਜਾਂ ਬਹਿ ਕੇ ਕਦੇ? ਹਾਂ ਬੜੇ ਵਾਰੀ, ਪਰ ਉਹ ਮੈਂ ਨਾ ਉਹ ਵੱਡੇ ਹੋਣ ਦੇ ਨਾਤੇ ਥੋੜ੍ਹਾ ਜਿਹਾ ਝਿਜਕਦਾ ਸੀ ਉਹਨਾਂ ਨਾਲ ਬਹਿਣ ਤੋਂ। ਉਹ ਇੱਕ ਤਾਂ ਮੈਨੂੰ ਤਾਂ ਪਤਾ ਹੀ ਸੀ ਇਸ ਗੱਲ, ਸਭ ਨੂੰ ਹੀ ਪਤਾ ਵੀ ਬੇਬਾਕ ਜੇ ਜਿਹੜੀ ਗੱਲ ਕਹਿਣੀ ਕਹਿ ਦਿੰਦੇ ਸੀ। ਉਹ ਮੈਨੂੰ ਇਸ ਗੱਲ ਤੋਂ ਥੋੜ੍ਹਾ ਜਿਹਾ ਲੱਗਦਾ ਸੀ ਵੀ ਯਾਰ ਆਪਾਂ ਪਾਸੇ ਹੀ ਬਹਿ ਜਾਂਦੇ ਹਾਂ ਜੀ ਨਹੀਂ ਪਤਾ ਨਹੀਂ ਕੀ ਬੋਲਣਾ, ਪਰ ਉਹ ਮੈਨੂੰ ਬੋਲਿਆ ਕੁਛ ਨਹੀਂ ਸੀ ਕਦੇ ਵੀ, ਉਹ ਪਿਆਰ ਨਾਲ ਹੀ ਹਮੇਸ਼ਾ ਬੁਲਾਉਂਦੇ ਸੀ। ਤੇ ਮਾਨਕ ਸਾਹਿਬ ਨਾਲ ਵੈਸੇ ਤੁਹਾਡੀ ਕਾਫੀ ਨਿਫੀ ਆ, ਤੇ ਮਾਨਕ ਸਾਹਿਬ ਤੋਂ ਬਾਅਦ ਫਿਰ ਹੋਰ ਕਿੰਨਾ ਨੇ ਗੀਤ ਗਾਏ ਆ ਤੁਹਾਡੇ? ਹਾਂ ਮਾਨਕ ਸਾਹਿਬ ਤੋਂ ਬਾਅਦ ਜ਼ਿਆਦਾ ਗੀਤ ਮੇਰੇ ਲਾਭ ਹੀਰੇ ਨੇ ਗਾਏ ਨੇ। ਬੜਾ ਮਿਹਨਤੀ
ਇਨਸਾਨ ਹੈ ਉਹਨੂੰ ਉਹਦੀ ਪੇਸ਼ਕਸ਼ ਵੀ ਮੈਂ ਹੀ ਕੀਤੀ। +2 'ਚ ਪੜ੍ਹਦਾ ਸੀ ਉਹ 1991 'ਚ, ਜਿਨ੍ਹਾਂ ਦਿਨਾਂ 'ਚ ਮੇਰੇ ਨਾਲ ਉਹਦੀ ਵਾਕਫੀਅਤ ਹੋਈ। ਗਿੱਲ ਕੱਲੂ ਵਾਲਾ ਮੁੰਡਾ ਗੀਤਕਾਰ ਹੈ, ਉਹਦੇ ਕੋਲੇ ਮੇਰਾ ਖਿਆਲ ਹੈ ਸ਼ਾਇਦ ਉਹਨਾਂ ਦੀ ਕੋਈ ਦੂਰ ਨੇੜੇ ਦੀ ਰਿਸ਼ਤੇਦਾਰੀ ਵੀ ਹੈਗੀ ਹੈ। ਉਹ ਆਪਸ ਵਿੱਚ ਹੀ ਮਿਲਦੇ ਜੁਲਦੇ, ਉਹਦਾ ਦਫ਼ਤਰ ਸੈਕਟਰੀ ਵੀ ਰਿਹਾ ਉਹ ਲਾਭ ਦਾ। ਉਹਦੇ ਕੋਲੇ ਆਉਂਦੇ ਜਾਂਦੇ ਕਰਕੇ ਮਾਨਸਾ ਅਸੀਂ ਇਕੱਠੇ ਹੋਣਾ ਸ਼ੁਰੂ ਹੋ ਗਏ। ਉਦੋਂ ਗੀਤਕਾਰ ਐਸੋਸੀਏਸ਼ਨ ਬਣੀ ਸੀ ਪੰਜਾਬ ਦੀ, ਉਹਦੇ 'ਚ ਮੈਂ ਵੀ ਕੰਮ ਕਰਦਾ ਸੀ। ਅਤੇ ਉੱਥੇ ਫਿਰ ਉਹ ਗੀਤਕਾਰ ਬਤੌਰ ਗੀਤਕਾਰ ਲਾਭ ਹੀਰਾ ਵੀ ਆਉਂਦਾ ਹੁੰਦਾ ਸੀ ਉੱਥੇ। ਉਹ ਗੀਤ ਗਾਉਂਦਾ ਹੁੰਦਾ ਉਹਨਾਂ ਦਿਨਾਂ 'ਚ, ਬੜੇ ਵਧੀਆ ਲੱਗਣੇ ਉਹ ਗੀਤ। ਫਿਰ ਹੌਲੀ ਹੌਲੀ ਸਬੱਬ ਬਣ ਗਿਆ ਵੀ ਉਹਦੀ ਟੇਪ ਆਈ ਪਹਿਲੀ, ਮਤਲਬ ਪਹਿਲਾਂ ਸ਼ੁਰੂ ਦੀਆਂ 15-20 ਟੇਪਾਂ ਲਗਭਗ ਮੈਂ ਹੀ ਉਹਨਾਂ ਦੀ ਪੇਸ਼ਕਸ਼ ਕੀਤੀ ਹੈ, ਅਤੇ ਉਹਨਾਂ 'ਚ ਗੀਤ ਵੀ ਮੇਰਾ ਹੁੰਦੇ ਸੀ ਇੱਕ ਜਾਂ ਦੋ। ਜਿਵੇਂ ਗੀਤਕਾਰੀ ਤੌਰ 'ਤੇ ਤੁਹਾਨੂੰ ਪੇਸ਼ ਕਰਿਆ ਮਾਨਕ ਸਾਹਿਬ ਨੇ, ਉਸ ਤੋਂ ਬਾਅਦ ਤੁਸੀਂ ਪੇਸ਼ਕਸ਼ ਕਰਿਆ। ਹਾਂ, ਬਤੌਰ ਗੀਤਕਾਰ ਮੈਂ ਤਾਂ ਇਹੀ ਕਹੂੰਗਾ ਕਿ ਬਤੌਰ ਗੀਤਕਾਰ ਮੈਨੂੰ ਤਾਂ ਮਾਨਕ ਸਾਹਿਬ ਨੇ ਪੇਸ਼ ਕੀਤਾ ਜੀ, ਲਿਆਂਦਾ ਗੀਤਕਾਰਾਂ ਦੀ ਕਤਾਰ 'ਚ, ਵਧੀਆ ਗੀਤਕਾਰਾਂ 'ਚ ਆਪਦੇ ਵੱਲੋਂ ਉਹਨਾਂ ਨੇ ਮੈਨੂੰ ਮਾਣ ਦਿੱਤਾ। ਅਤੇ ਮੈਂ ਵੀ ਸਮਝਦਾ ਵੀ ਮੈਨੂੰ ਬੜਾ। ਅਤੇ ਜੇ ਰਹੀ ਗੱਲ ਲਾਭ ਹੀਰੇ ਦੀ, ਦੇਖੋ ਮਿਹਨਤ ਉਹਦੀ ਹੈ ਅਤੇ ਉਹਨੇ ਕੀਤੀ। ਆਪਾਂ ਜਿੰਨੀ ਹੋ ਸਕੀ ਉਹਦੇ ਨਾਲ ਉਹਨਾਂ ਦਿਨਾਂ 'ਚ, ਸੰਘਰਸ਼ ਦੇ ਦਿਨਾਂ 'ਚ ਉਹਦੇ ਨਾਲ ਖੜ੍ਹੇ ਹਾਂ। ਬਾਜੀ ਬਹੁਤ ਵਧੀਆ ਤੁਹਾਡੀ ਗੱਲਬਾਤ ਲੱਗੀ, ਤੁਸੀਂ ਉਹਨਾਂ ਨਾਲ ਖੜ੍ਹੇ ਹੋ। ਅਤੇ ਸੰਘਰਸ਼ ਦੇ ਸਮੇਂ ਉਹ ਕਿਸ ਤਰੀਕੇ ਦੇ ਗੀਤ ਗਾਉਂਦੇ ਸੀ ਅਤੇ ਕਿਸ ਤਰੀਕੇ ਦਾ ਸੰਘਰਸ਼ ਰਿਹਾ ਉਹਨਾਂ ਦਾ ਜੀ? ਦੇਖੋ ਗੀਤ ਉਹਨੇ ਵੀ ਮਾਨਕ ਸਾਹਿਬ ਨੂੰ ਕਦੇ ਮਾੜਾ ਨਹੀਂ ਕੋਈ ਗਾਇਆ। ਗੀਤ ਉਹਦੇ ਵੀ ਮਤਲਬ ਹੁਣ ਵੀ ਜਿਹੜੇ ਆਉਂਦੇ ਨੇ ਜਾਂ ਪਹਿਲਾਂ ਵੀ ਗੀਤ ਉਹਦੇ ਵੀ ਮਤਲਬ ਵਧੀਆ ਗੀਤ ਗਾਏ ਨੇ ਉਹਨੇ। ਸੰਘਰਸ਼ ਦੇ ਦਿਨਾਂ 'ਚ ਤਾਂ ਉਹ ਬਸ ਇਹੀ ਆ, ਕਦੇ ਅਸੀਂ ਸਟੇਸ਼ਨ 'ਤੇ ਪੈ ਗਏ, ਕਦੇ ਕੁਛ ਮਤਲਬ ਕਹਿਣ ਦਾ ਵੀ ਉਹ ਬਸ ਮਿਹਨਤ ਨਹੀਂ ਉਹ ਬੰਦੇ ਨੇ ਛੱਡੀ, ਅਤੇ ਆਪਾਂ ਉਹਦਾ ਪਿੱਛਾ ਨਹੀਂ ਛੱਡਿਆ ਵੀ ਯਾਰ ਖੜ੍ਹੇ ਹਾਂ ਜੀ, ਚੰਗੇ ਹਾਂ ਮਾੜੇ ਹਾਂ ਖੜ੍ਹੇ ਹਾਂ। ਜਦੋਂ ਪਹਿਲੀ ਐਲਬਮ ਉਹਨਾਂ ਦੀ ਪੇਸ਼ ਕਰੀ ਤੇ ਕਿਸ ਤਰੀਕੇ ਦਾ ਲੱਗ ਰਿਹਾ ਸੀ ਤੁਹਾਨੂੰ? ਉਹ ਗਾਇਕ ਨਵਾਂ ਸੀ, ਤੁਸੀਂ ਭਾਵੇਂ ਕਿ ਪੁਰਾਣੇ ਗੀਤਕਾਰ ਸੀ ਜੀ। ਹਾਂ, ਉਹ ਚਲੋ ਐਜ਼ ਏ ਸਿੰਗਰ ਮਾਰਕੀਟ 'ਚ ਭਾਵੇਂ ਉਹ ਪਹਿਲੀ ਕੈਸਟ ਲੈ ਕੇ ਆਇਆ ਸੀ, ਪਰ ਮੇਰੇ ਨਾਲ ਉਹਦਾ ਤਜਰਬਾ ਕਾਫੀ ਹੋ ਗਿਆ ਸੀ, ਕਿਉਂਕਿ ਕੈਸਟ ਤਾਂ 93 'ਚ ਆਈ ਆ ਉਹਦੀ, ਅਤੇ ਉਹ 91 ਦਾ ਸਾਡਾ ਵਾਹ ਪੈ ਗਿਆ ਸੀ। ਮੈਨੂੰ ਗਾਇਕੀ ਉਹਦੀ ਬਹੁਤ ਪਸੰਦ ਸੀ ਪਹਿਲਾਂ ਹੀ, ਅਤੇ ਬੜਾ ਚੰਗਾ ਲੱਗਿਆ ਜਦੋਂ ਉਹਦੀ ਟੇਪ ਆਈ। ਚੱਲੀ ਵੀ ਬੜੀ ਵਧੀਆ, ਉਹ ਖੜੀ ਸਟੇਸ਼ਨ 'ਤੇ ਰਹਿ ਗਈ, ਆਪ ਤੂੰ ਗੱਡੀ ਚੜ੍ਹ ਗਿਆ ਵੀ। ਇਹ ਪਹਿਲੀ ਟੇਪ ਸੀ। ਉਸ ਟੇਪ ਦੇ ਵਿੱਚ ਤੁਹਾਡੇ ਕਿੰਨੇ ਗੀਤ ਸੀ? ਮੇਰਾ ਇੱਕ ਗੀਤ ਸੀ ਉਹਦੇ 'ਚ। ਕਿਹੜਾ ਗੀਤ ਸੀ? ਉਹ ਸੀਗਾ ਮੈਥੋਂ ਹਾਣ ਦੇ ਨੇ ਮੰਗ ਲਿਆ ਦਿਲ ਜੀ। ਕਹਿੰਦਾ ਦੁਨੀਆ ਤੋਂ ਚੋਰੀ ਕੀਤੇ ਮਿਲਣੀ, ਮੈਂ ਬੜੀ ਪਰੇਸ਼ਾਨ ਹੋ ਗਈ, ਮੈਥੋਂ ਸੰਗਦੀ ਸਗਾਉਂਦੀ ਕੋਲੋਂ ਕੁੜੀ ਹੋਣੀ ਗੱਭਰੂ ਨੂੰ ਹਾਂ ਹੋ ਗਈ। ਮੈਥੋਂ ਸੰਗਦੀ ਸਗਾਉਂਦੀ ਕੋਲੋਂ ਕੁੜੀ ਹੋਣੀ ਗੱਭਰੂ ਨੂੰ ਹਾਂ ਹੋ ਗਈ। ਇਹ ਵੀ ਗੀਤ ਬਹੁਤ ਜ਼ਿਆਦਾ ਹਿੱਟ ਹੋਇਆ। ਹਾਂ। ਤੇ ਕਿੰਨੀਆਂ ਟੋਟਲ ਤੁਸੀਂ ਕੈਸਟਾਂ ਪੇਸ਼ ਕਰੀਆਂ, ਤਾਂ ਉਹਨਾਂ ਦਾ ਨਾਂ ਕੀ ਹੈ ਜੀ? ਦੇਖੋ ਨਾਂ ਤਾਂ ਮੈਨੂੰ ਸਾਰੀਆਂ ਦੇ ਨਹੀਂ ਚੇਤੇ ਹੋਣੇ, ਕੁਛ ਇੱਕ ਦੇ ਯਾਦ ਨੇ। ਉਹ ਕੈਸਟਾਂ ਮੈਂ ਲਗਭਗ ਉਹਦੀਆਂ 15-20 ਪੇਸ਼ ਕੀਤੀਆਂ। ਪਹਿਲੀ ਕੈਸਟ ਇਹ ਸੀ, ਖੜੀ ਕੇਸ਼ਨ ਦੀ ਰਹਿ ਗਈ। ਇਹਦਾ ਟਾਈਟਲ ਹਾਲਾਂਕਿ ਹੋਰ ਸੀ, ਅਤੇ ਉਦੋਂ ਬਾਅਦ ਚੜ੍ਹਦਾ ਸੀ ਜਨ ਹੱਸ ਕੇ, ਫਿਰ ਗੱਭਰੂ ਦਾ ਦਿਲ ਰੋ ਪਿਆ ਮੇਰਾ ਟਾਈਟਲ ਸੀਗਾ। ਹੋਰ ਟਾਈਟਲ ਨਹੀਂ ਮੇਰੇ ਸਾਰੇ ਯਾਦ, ਵੀ ਮੈਂ ਲਗਭਗ ਉਹਦੀਆਂ 15-18-20 ਦੇ ਲਾਗੇ ਛਾਗੇ ਕੈਸਟਾਂ ਜਿਹੜੀਆਂ ਉਹ ਮੇਰੀ ਪੇਸ਼ਕਸ਼ 'ਚ ਮਾਰਕੀਟ 'ਚ ਆਈਆਂ। ਅਤੇ ਤੁਹਾਡੇ ਟੋਟਲ ਲਿਖੇ ਹੋਏ ਉਹਨਾਂ ਨੇ ਕਿੰਨੇ ਗੀਤ ਗਾਏ ਹੈ? ਉਹ ਲਗਭਗ 35-40 ਗੀਤ ਗਾਏ ਹੋਣਗੇ। ਅਤੇ ਉਹ ਕਿਹੜੇ ਗੀਤ ਹੈ ਜੀ? ਉਹ ਤਾਂ ਸ਼ੁਰੂ ਵਾਲਾ ਤਾਂ ਤੁਹਾਨੂੰ ਦੱਸ ਹੀ ਚੁੱਕਿਆ ਮੈਂ, ਸੰਗਦੀ ਸੁਣਾਉਂਦੀ ਕੁੜੀ ਗੱਭਰੂ ਨੂੰ ਹਾਂ ਹੋ ਗਈ। ਦੂਸਰਾ ਗੀਤ ਸੀ ਉਹਦੇ ਚੜ੍ਹਦਾ ਸੀ ਜਨ ਹੱਸ ਕੇ, ਉਹਦੇ 'ਚ ਪੈਗ ਪਾਉਣ ਵੇਲੇ ਲੋਕੀ ਕੱਢਦੇ ਨੇ ਛਿੱਟੇ, ਨਾਲੇ ਧਿਆਉਂਦੇ ਜਿਹਨੇ ਦਾਰੂ ਹੈ ਬਣਾਈ, ਮੈਂ ਛਿੱਟੇ ਕੱਢਾਂ ਉਹਦੇ ਨਾਮ ਦੀ, ਜਿਹਨੇ ਆਦਤ ਪੀਣ ਦੀ ਮੈਨੂੰ ਪਾਈ, ਮੈਂ ਛਿੱਟੇ ਕੱਢਾਂ ਉਹਦੇ ਨਾਮ। ਉਦੋਂ ਬਾਅਦ ਚੱਲ ਫਿਰ ਉਹ ਗੱਭਰੂ ਦਾ ਦਿਲ ਰੋ ਪਿਆ, ਉਹ ਟਾਈਟਲ ਗੀਤ ਵੀ ਮੇਰਾ ਸੀ, ਉਹ ਵੀ ਬੜਾ ਸੋਹਣਾ। ਫਿਰ ਆਇਆ ਉਹ ਪਤਾ ਨਹੀਂ ਕਾਹਤੋਂ ਫਿਰ ਵੀ ਤੇਰਾ ਮੋਹ ਜਾ ਆਉਂਦਾ ਹੈ। ਫਿਰ ਆਇਆ ਉਹ ਦਾਰੂ ਦੀ ਚੱਕੀ ਝੋ ਲੈਣਾ, ਇੱਕ ਦਿਨ ਚੜ੍ਹਦੇ ਦੇ ਨਾਲ ਵੈਰੀ ਆਵੇ। ਬੜੇ ਗੀਤ ਆਏ, ਫਿਰ ਹੁਣ ਸਾਰੇ ਯਾਦ ਨਹੀਂ ਆਉਂਦੇ ਇੱਕਦਮ। ਬੜਾ ਮਤਲਬ ਔਰ ਫਿਰ ਤਾਂ ਉਹ ਲਗਾਤਾਰਤਾ ਬਣ ਗਈ। ਉਹਨਾਂ ਦਿਨਾਂ 'ਚ ਕੈਸਟ ਕਲਚਰ ਸੀਗਾ, ਕੰਪਨੀਆਂ ਨੂੰ ਸਾਰੀਆਂ ਨੂੰ ਪਤਾ ਸੀ ਵੀ ਇਹਨੂੰ ਪੇਸ਼ ਸੁਖਵਿੰਦਰ ਧਾਲੀਵਾਲ ਕਰਦਾ। ਪਹਿਲਾਂ ਮੇਰੇ ਕੋਲ ਅਪਰੋਚ ਕਰਦੇ, ਮੇਰਾ ਕਦੇ ਇਹ ਨਹੀਂ ਰਿਹਾ। ਕੰਪਨੀਆਂ ਖੁੱਲ੍ਹਿਆ ਵੀ ਕਹਿਣਾ ਵੀ ਮੈਂ ਕਦੇ ਕੋਈ ਲਾਲਚ ਵਾਲੀ ਗੱਲ ਕਿਸੇ ਕੰਪਨੀ ਨੂੰ ਜਾਂ ਹੋਰ ਵੀ ਮੈਨੂੰ ਪੈਸੇ ਚਾਹੀਦੇ ਆ ਮੈਂ ਫਿਰ ਲਾਭ ਨਾਲ ਗੱਲ ਕਰਾਊਂਗਾ ਜਾਂ ਮੈਂ ਉਹਦੇ ਫਿਰ ਨਾ ਇਹ ਨਹੀਂ ਕਦੇ ਰਿਹਾ ਮੇਰੇ ਨਾਲ। ਤਾਂ ਕੰਪਨੀਆਂ ਜਿੰਨੀਆਂ ਜੈਟ ਕੰਪਨੀ ਸੀ ਰਾਮਪੁਰੇ ਦੀ, ਆਨੰਦ ਕੰਪਨੀ, ਪਵਨ ਬਠਿੰਡਾ, ਗੋਇਲ ਕੰਪਨੀਆਂ ਵਾਲੇ, ਅਨਮੋਲ ਵਾਲੇ, ਜਿੰਨੇ ਵੀ ਸੀ ਉਹ ਮੇਰੇ ਦਾ ਬਤੌਰ ਮਿੱਤਰ ਹੀ ਆਉਂਦੇ ਸੀ ਮੇਰੇ ਕੋਲ।
ਜਿਵੇਂ ਕਿ ਲਾਵਰੀ ਨੂੰ ਪੇਸ਼ ਕਰਨਾ, ਲਾਵਰੀ ਦੀ ਕੈਸਟ ਰਿਲੀਜ਼ ਕਰਾਉਣੀ ਕੰਪਨੀ ਦੇ ਵਿੱਚ, ਤੁਹਾਡੇ ਨਾਲ ਆ ਕੇ ਕਿਤੇ ਨਾ ਕਿਤੇ ਕੰਪਨੀਆਂ ਵਾਲੇ ਮੀਟਿੰਗ ਕਰਦੇ ਸੀ? ਹਾਂ ਕਰਦੇ ਨੇ ਅਸੀਂ ਬਕਾਇਦਾ। ਉਹ ਕਈ ਇੱਕ ਦੋ ਵਾਰੀ ਇਹੋ ਜਿਹੇ ਚਾਂਸ ਬਣ ਗਏ ਵੀ 2 ਕੈਸਟਾਂ ਇਕੱਠੀਆਂ ਭਿੜ ਜਾਣੀਆਂ। ਉਹ ਫਿਰ ਉਸ ਤੋਂ ਬਾਅਦ ਅਸੀਂ ਇਸ ਗੱਲ ਤੋਂ ਗਰੇਜ ਕੀਤਾ ਵੀ ਯਾਰ ਜਿਹੜੀ ਕੈਸਟ 'ਚ ਕੰਪਨੀ 'ਚ ਹੋਗੀ ਨਾ ਕੈਸਟ, ਉਸ ਤੋਂ ਬਾਅਦ ਜਿੰਨਾ ਚਿਰ ਉਹ ਮਾਰਕੀਟ 'ਚ ਆਉਂਦੀ ਨਹੀਂ ਕੈਸਟ, ਉਹਨਾਂ ਚਿਰ ਆਪਾਂ ਦੂਜੀ ਕੈਸਟ ਉਸ ਕੰਪਨੀ ਨੇ ਕਰਨੀ ਤਾਂ ਕਰ ਲੇ, ਹੋਰ ਕੰਪਨੀ ਨੂੰ ਨਹੀਂ, ਤਾਂ ਕਿ ਇਹ ਕੰਪੀਟੀਸ਼ਨ ਵਿੱਚ ਨਾ ਵੱਜਣ ਇੱਕ ਦੂਜੇ ਦੇ। ਫਿਰ ਉਸ ਬਖਵਾ ਅਸੀਂ ਪੈਦਾ ਕੀਤਾ। ਨਹੀਂ ਤਾਂ ਇਕੱਠੀਆਂ ਕੈਸਟਾਂ ਦੇ ਆ ਜਾਂਦੇ। ਉਹ ਇਹ ਇੱਕ ਦੋ ਵਾਰ ਹੋ ਗਿਆ ਸੀ ਇਵੇਂ। ਉਹ ਕੈਸਟ ਸੀ ਨਤੀਜਾ ਆਪੇ ਦੇਖੇਗਾ, ਉਹਦਾ ਟਾਈਟਲ ਸੀ। ਇੱਕ ਹੋਰ ਕੈਸਟ ਸੀ ਮੇਰੇ ਹੁਣ ਯਾਦ ਨਹੀਂ ਆਉਂਦੀ, ਸ਼ਾਇਦ ਗੱਭਰੂ ਦਾ ਦਿਲ ਰੋਪਿਆ ਹੋਵੇ। ਇਹ ਅੱਡੋ ਅੱਡ ਕੰਪਨੀਆਂ ਦੀਆਂ ਸੀ। ਇਹ 5-7 ਦਿਨਾਂ ਦੇ ਵਕਫੇ ਨਾਲ ਆ ਗਈਆਂ। ਉਹਦੇ ਨਾਲ ਲਾਸ ਕੰਪਨੀਆਂ ਨੂੰ ਵੀ ਹੋਇਆ ਤੇ ਮੇਰਾ ਖਿਆਲ ਹੈ ਲਾਭ ਹੀਰੇ ਨੂੰ ਵੀ ਹੋਇਆ ਹੋਣਾ, ਕਿਉਂਕਿ ਜਿੰਨਾ ਉਹ ਫਿਰ ਬਾਅਦ 'ਚ ਭਾਵੇਂ ਦੋਨੇ ਟੇਪਾਂ ਹੀ ਚੱਲ ਗਈਆਂ, ਪਰ ਉਹ ਇਮੀਡੀਏਟਲੀ ਲੋਕ 2 ਚੀਜ਼ਾਂ ਤੁਹਾਡੇ ਸਾਹਮਣੇ ਪਈਆਂ ਤਾਂ ਤੁਸੀਂ ਇੱਕ ਨੂੰ ਚੂਜ਼ ਕਰੋਗੇ ਨਾ ਜੀ। ਉਹ ਐਵੇਂ ਕਿਤੇ 6-6 ਮਹੀਨੇ ਰੁਕ ਕੇ ਆਉਂਦੀ ਹੈ। ਹਾਂ ਤੇ ਵਿਕਣੀ ਵੱਧ ਸੀਗੀ ਤੇ ਕੈਸਟ ਜ਼ਮਾਨੇ ਦੇ ਵਿੱਚ ਜਾਨੀ ਕਿ ਤੁਸੀਂ ਉਹਨਾਂ ਨੂੰ ਪੇਸ਼ ਕਰਿਆ। ਹਾਂ ਕੈਸਟ। ਤੇ ਕਿੰਨਾ ਸਮਾਂ ਉਹਨਾਂ ਦੇ ਨਾਲ ਤੁਹਾਡੀ ਨਿਭੀ? ਉਹ ਹੁਣ ਵੀ ਹੈ। ਨਹੀਂ ਵੈਸੇ ਉਹ ਨਿਭ ਰਹੀ ਹੈ ਜੀ, ਉਹ ਰਿਲੀਜ਼ ਕਰਨ ਦੀ। ਹਾਂ ਉਹ ਜਿੰਨਾ ਚਿਰ ਨਾ ਮਤਲਬ, ਕਿਉਂਕਿ ਉਹ ਆਪ ਵੀ ਰਾਈਟਰ ਹੈ ਜੀ, ਲਾਭ ਆਪ ਵੀ ਰਾਈਟਰ ਹੈ। ਉਸ ਤੋਂ ਬਾਅਦ ਕੁਛ ਜਿਵੇਂ ਮਤਲਬ ਲਾ ਲਓ, ਮੈਂ ਇੱਧਰ ਮਹਿਕਮੇ 'ਚ ਰੈਂਕ ਅਪ ਹੋ ਗਿਆ, ਹੌਲਦਾਰ ਤੋਂ ਥਾਣੇਦਾਰ ਬਣ ਗਿਆ, ਮੇਰੇ ਰੁਝੇਵੇਂ ਵੱਧ ਗਏ ਥੋੜ੍ਹੇ ਜਿਹੇ, ਅਤੇ ਉਹਨਾਂ ਚਿਰ ਨੂੰ ਐਸਟੈਬਲਿਸ਼ ਹੋ ਗਿਆ। ਉਹ ਫਿਰ ਥੋੜ੍ਹਾ ਜਿਹਾ ਇਵੇਂ ਜੇ ਕਰਕੇ ਮਤਲਬ ਉਹ ਆਪਦੇ ਲੈਵਲ 'ਤੇ ਵੀ ਕਿਸ਼ਤਾਂ ਕਰਨੀਆਂ ਸ਼ੁਰੂ ਕਰਤੀਆਂ। ਤਾਂ ਮੈਨੂੰ ਇਸ ਗੱਲ ਦਾ ਕੋਈ ਇਤਰਾਜ਼ ਨਹੀਂ ਸੀ, ਕਿਉਂਕਿ ਮੇਰੇ ਕੋਲ ਸਮਾਂ ਹੀ ਨਹੀਂ ਸੀਗਾ ਜੀ। ਅਤੇ ਸਗੋਂ ਮੈਂ ਜਿੱਥੇ ਕੋਈ ਚੀਜ਼ ਵਧੀਆ ਲੱਗਣੀ ਤਾਂ ਉਹਨੂੰ ਥਾਪੜਾ ਦੇਣਾ ਵੀ ਹਾਂ ਬਹੁਤ ਵਧੀਆ। ਅਤੇ ਮੇਰੇ ਗੀਤ ਉਹਨਾਂ ਹਾਲਾਤਾਂ 'ਚ ਵੀ ਗਾਏ ਨੇ ਉਹਨਾਂ, ਜਦੋਂ ਮੈਂ ਨਾਲ ਨਹੀਂ ਨਾ ਹੁੰਦਾ ਸੀ, ਕੋਈ ਜ਼ਰੂਰੀ ਨਹੀਂ ਸੀ ਵੀ ਮੇਰੇ ਨਾਲ ਹੋਣ ਸਾ ਕਰਕੇ ਗਾਉਂਦਾ ਸੀ। ਫਿਰ ਵੀ ਕਿੰਨੇ ਸਾਲ ਤੱਕ ਤੁਸੀਂ ਉਹਨਾਂ ਨਾਲ ਰਹੇ ਹੋ ਜੀ? ਮੈਂ 1991 ਤੋਂ ਲੈ ਕੇ ਜਿੰਨਾ ਚਿਰ ਮੇਰਾ ਖਿਆਲ ਆ ਵੀ ਅਖਾੜਾ ਕਲਚਰ ਕਹਿ ਲਓ, ਕਿਉਂਕਿ ਹੁਣ ਤਾਂ ਆ ਹੋ ਗਿਆ ਨਾ ਦੂਜਾ YouTube ਆ ਗਈ, ਉਹ ਚਿੱਪ ਆ ਗਈ, ਪੈਨ ਡਰਾਈਵ ਆ ਗਈ ਹੈ ਨਾ, ਹਾਂ CD ਸੀ ਉਦੋਂ ਪਹਿਲਾਂ। ਉਦੋਂ ਜਦੋਂ ਇਹ CD ਯੁੱਗ ਤੱਕ ਦੀ ਲਾ ਲਓ, ਮੇਰਾ ਖਿਆਲ ਹੈ ਵੀ ਸਨ 2005-6 ਤੱਕ 7 ਤੱਕ ਜੀ, 1991 ਤੋਂ ਲੈ ਕੇ ਇਹ ਅਸੀਂ ਇਕੱਠਿਆਂ ਨਹੀਂ ਗੁਜ਼ਾਰਿਆ ਸਮਾਂ। ਤੇ ਕਾਫੀ ਲੰਬਾ ਸਮਾਂ ਤੁਸੀਂ ਇਕੱਠਿਆਂ ਨੇ ਗੁਜ਼ਾਰਿਆ, ਤੇ ਕਾਫੀ ਗੀਤਕਾਰ ਘੱਟ ਹੋਣਗੇ ਜਿਨ੍ਹਾਂ ਦੀ ਇੰਨੀ ਨਿਭੀ ਹੋਊਗੀ, ਤੇ ਅੱਜ ਵੀ ਵੈਸੇ ਤੁਹਾਡੀ ਨਿਭ ਰਹੀ ਆ। ਉਹਨਾਂ ਨਾਲ ਖੱਟੀ ਮਿੱਠੀ ਯਾਦ ਜੁੜੀ ਹੋਈ ਤੁਹਾਡੀ ਕੋਈ? ਖੱਟੀ ਮਿੱਠੀ ਯਾਦ ਤਾਂ ਦੇਖੋ ਗੱਲ ਇਹ ਹੈ ਵੀ ਇਹ ਇੱਕ ਰਵਾਇਤ ਤੁਰੀ ਆਈ ਹੈ ਵੀ ਜਿੱਥੇ ਕਿਤੇ 2 ਭਾਂਡੇ ਆ ਉਹ ਮਾੜਾ ਮੋਟਾ ਠਹਿਕ ਪੈਂਦੇ ਨੇ ਜੀ। ਇਵੇਂ ਦੀਆਂ ਪਹਿਲਾਂ ਸੁਣਦੇ ਆਉਂਦੇ ਸੀ ਇਹ ਗੱਲਾਂ ਵੀ ਮਾਨਕ ਸਾਹਿਬ ਤੇ ਦੇਵ ਵੀ ਹੋ ਜਾਂਦੇ ਸੀ ਕਦੇ ਕਦਾਈ, ਤੇ ਐਵੇਂ ਕਿਤੇ ਮਾੜਾ ਮੋਟਾ ਕੋਈ ਐਵੇਂ ਨਹੀਂ। ਉਹ ਮੈਂ ਇਹ ਗੱਲ ਮੈਨੂੰ ਮਾਣ ਹੈ ਇਸ ਗੱਲ ਦਾ ਵੀ ਜੇ ਕਿਤੇ ਕੋਈ ਬੰਦਾ ਨਾ ਉਹਦੇ ਕੋਲੇ ਮੇਰੇ ਬਾਰੇ ਮਾੜਾ ਚੰਗਾ ਬੋਲੇ ਤਾਂ ਉਹ ਨਹੀਂ ਸੁਣ ਸਕਦਾ ਜੀ, ਅਤੇ ਜੇ ਮੇਰੇ ਕੋਲ ਉਹਦੇ ਬਾਰੇ ਬੋਲੇ ਕੋਈ ਮੈਂ ਵੀ ਨਹੀਂ ਸੁਣਦਾ ਹਾਂ। ਮੈਂ ਕਹਿ ਦਿੰਦਾ ਵੀ ਯਾਰ ਤੁਹਾਡੀ ਗੱਲ ਆਪਦੇ ਕੋਲੇ ਰੱਖਿਆ ਕਰੋ, ਸਾਡਾ ਦੇਖੋ ਵਧੀਆ ਅਸੀਂ ਆਪਸ ਵਿੱਚ ਦੀ ਲੋਕਾਂ ਨੇ ਫਿੱਕ ਪਾਉਣ ਦੀ ਕੋਸ਼ਿਸ਼ ਕੀਤੀ ਇਹ ਕਹਿ ਲਓ। ਇਹ ਵੀ ਉਹ ਦੇਖੋ ਪਤਾ ਨਹੀਂ ਉਹਨਾਂ ਦੀ ਕੋਸ਼ਿਸ਼ ਜਾਣੇ ਅਣਜਾਣੇ 'ਚ ਕਰਦੇ ਸੀ ਜਾਂ ਜਾਣ ਬੁੱਝ ਕੇ ਕਰਦੇ ਸੀ ਕਿਵੇਂ ਸੀ, ਪਰ ਆਪਾਂ ਨਹੀਂ ਕਦੇ ਇਹੋ ਜਿਹੀ ਗੱਲ ਕੋਈ ਆਈ। ਮੈਨੂੰ ਉਹਦੀਆਂ ਕਈ ਗੱਲਾਂ ਪਸੰਦ ਬਹੁਤ ਸੀ, ਜਿਵੇਂ ਕਿ ਆਮ ਨਾ ਮੈਂ ਦੇਖਿਆ ਗਾਉਣ ਵਾਲੇ ਵੀ ਉਹ ਨਾ ਸਟੂਡੀਓ 'ਚ ਇੱਕ ਗੀਤ ਨੂੰ 5-5 ਵਾਰੀ ਡੱਬ ਕਰਦੇ ਜੀ, ਪਰ ਨਹੀਂ ਅਸੀਂ ਮੇਰੇ ਯਾਦ ਹੈ ਵੀ ਦੂਜੀ ਟੇਪ ਚੜ੍ਹਦਾ ਸੀ ਜੰਨਾ ਸਕੀ ਕੀਤੀ, ਅਸੀਂ ਇੱਥੋਂ ਤੜਕੇ 10 ਵਜੇ ਤੁਰੇ, 2 ਵਜੇ ਚੰਡੀਗੜ੍ਹ ਮੋਹਾਲੀ ਪਹੁੰਚੇ। ਅਤੁਲ ਸ਼ਰਮੇ ਦੇ ਮਿਊਜ਼ਿਕ 'ਚ ਹੋਈ ਸੀ ਇਹ, ਅਤੇ 6 ਘੰਟਿਆਂ 'ਚ 8 ਗੀਤ ਪਹਿਲੀ ਵਾਰੀ ਕੋਈ ਗੀਤ ਡੱਬ ਨਹੀਂ ਕੀਤਾ ਜੀ। 6 ਘੰਟਿਆਂ 'ਚ 8 ਗੀਤ ਕਰਕੇ ਅਸੀਂ ਸ਼ਾਮ ਨੂੰ ਘਰੇ, ਅਤੇ ਉਹ ਟੇਪ ਬੱਲੇ 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 ਬਹੁਤ ਬੜਾ ਕੁਛ। ਉਹਨਾਂ ਸਮਿਆਂ ਦੇ ਵਿੱਚ ਇਕੱਲੇ ਗੀਤ ਚੱਲਦੇ ਸੀਗੇ, ਜਿਵੇਂ ਕਿ ਡਿੱਕ ਦਾ ਸਮਾਂ ਸੀ, ਤੇ ਅੱਜ ਕੱਲ੍ਹ ਵੀਡੀਓ ਆ ਗਈਆਂ। ਕਿਤੇ ਨਾ ਕਿਤੇ ਉਹ ਗੀਤ ਸੁਣ ਕੇ ਆਨੰਦ ਆਉਂਦਾ, ਭਾਵੇਂ ਕਿ ਵੀਡੀਓ ਨਹੀਂ ਬਣੀ ਉਹਨਾਂ ਦੀ, ਵੀਡੀਓ ਤੋਂ ਵੱਧ ਵੀ ਸਵਾਦ ਆ ਜਾਂਦਾ, ਜਿਵੇਂ ਗੀਤ ਸੁਣ ਕੇ ਪੂਰੀ ਕਹਾਣੀ ਪੇਸ਼ ਕਰ ਦੇਣੀ ਗੀਤ ਦੇ ਵਿੱਚ। ਅੱਜ ਕੱਲ੍ਹ ਕਿਤੇ ਨਾ ਕਿਤੇ ਉਹ ਚੀਜ਼ਾਂ ਗਾਇਬ ਜਿਹੀਆਂ ਹੋ ਗਈਆਂ ਜੀ। ਹਾਂ ਸਕੂਨ ਮਿਲਦਾ ਉਹਨਾਂ ਚੀਜ਼ਾਂ ਨੂੰ ਨਾ। ਉਹ ਮੇਰੇ ਯਾਦ ਹੈ
ਜਦੋਂ ਇਹ ਟੇਪ ਆਈ ਹੈ ਮੇਰਾ ਗੀਤ ਸੀ, ਮੈਂ ਤੁਹਾਨੂੰ ਦੱਸਿਆ ਪਹਿਲਾਂ, ਉਹਦੇ 'ਚ ਛਿੱਟੇ ਕੱਢਣਾ ਉਹਦੇ ਨਾਲ ਉਹਦੇ, ਉਹ ਨਾ ਪੰਜਾਬੀ ਟ੍ਰਿਬਿਊਨ 'ਚ ਰਿਵਿਊ ਲਾਇਆ ਸੀ ਉਹਦਾ ਕਿਸੇ ਨੇ, ਉਹ ਮੇਰੇ ਬਾਰੇ ਲਿਖਿਆ, ਕਹਿੰਦੇ ਵੀ ਸੁਖਵਿੰਦਰ ਧਾਲੀਵਾਲ ਨੇ ਤਾਂ ਆਪਦਾ ਹਲਫੀਆ ਬਿਆਨ ਨਹੀਂ ਦਿੱਤਾ ਇਹਦੇ 'ਚ ਵੀ ਛਿੱਟੇ ਕੱਢਣਾ ਉਹਦੇ ਨਾਲ। ਉਹ ਚਲੋ ਆਪ ਨੂੰ ਚੰਗੀ ਵੀ ਲੱਗੀ ਗੱਲ ਯਾਰ, ਵੀ ਹਾਲਾਂਕਿ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਹੁੰਦੀ ਗੀਤਾਂ 'ਚ, ਕੋਈ ਸਾਰੀ ਸੱਚਾਈ ਨਹੀਂ ਹੁੰਦੀ, ਕਾਲਪਨਿਕ ਗੱਲਾਂ ਵੀ ਹੁੰਦੀਆਂ ਨੇ। ਤੇ ਬਾਕੀ ਚਲੋ ਇਹ ਫਿਰ ਨਾਲ ਜੁੜੀਆਂ ਹੁੰਦੀਆਂ ਗੱਲਾਂ, ਇਹ ਇਹਨਾਂ ਨੂੰ ਕਿਵੇਂ ਨਾ ਕਿਵੇਂ ਤਾਂ ਪੇਸ਼ ਕਰਨਾ ਹੀ ਹੁੰਦਾ ਨਾ। ਜਿਵੇਂ ਤੁਸੀਂ ਤੁਹਾਡੇ ਲਿਖੇ ਹੋਏ 2-3 ਗੀਤ ਹੀਰਾ ਸਾਹਿਬ ਨੇ ਗਾਏ ਆ, ਦਾਰੂ ਤੇ ਪੇਸ਼ ਕਰਿਆ ਤੁਸੀਂ, ਇਹ ਕਿਵੇਂ ਸਬੱਬ ਬਣੇ? ਇਹ ਵੀ ਤੁਹਾਨੂੰ ਇਹ ਬੜਾ ਉਦੋਂ ਕੰਮ ਹੁੰਦਾ ਸੀ, ਉਹ ਨਾ ਕਈ ਵਾਰੀ ਚਲੋ ਇਹ ਤਾਂ ਗੀਤ ਚੱਲ ਗਏ, ਇੱਕ ਤਾਂ ਇਹ ਗੀਤ ਬਹੁਤ ਚੱਲਿਆ, ਇੱਕ ਉਹ ਸੀ ਵੀ ਦਾਰੂ ਦੀ ਚੱਕੀ ਝੋ ਲੈਣਾ ਕਿ ਉਹ ਦਿਨ ਚੜ੍ਹਦੇ ਨਾਲ ਵੈਰੀ ਆ, ਵੀ ਦਾਰੂ ਤਾਂ ਪੀਂਦੇ ਸੀ। ਇਹ ਨਹੀਂ ਮੈਂ ਕਹਿ ਸਕਦਾ ਵੀ ਐਵੇਂ ਲੋਕਾਂ ਨੇ ਐਵੇਂ ਕਹਿਤਾ ਯਾਰ ਇਹ ਤਾਂ ਮੈਂ ਗੀਤ ਹੀ ਲਿਖਿਆ ਸੀ, ਇਹ ਨਹੀਂ ਹੈ। ਪਰ ਉਹ ਨਾ ਮੈਂ ਕਈ ਵਾਰ ਨਹੀਂ ਦੇਖਣਾ ਇੱਥੇ ਇਲਾਕੇ 'ਚ ਕਿਤੇ, ਆ ਮੇਰੀ ਯਾਦ ਹੈ ਮਾਈਸਰਖਾਨੇ ਪ੍ਰੋਗਰਾਮ ਸੀ ਜੀ, ਉੱਥੇ ਨਾ ਉਹ ਆਮ ਲੋਕਾਂ 'ਚ ਇੱਕ ਧਾਰਨਾ ਜੀ ਬਣ ਗਈ ਵੀ ਧਾਲੀਵਾਲ ਆਊਗਾ ਤਾਂ ਡੱਕਿਆ ਹੋਊ। ਮੈਂ ਨਾ ਉਸ ਸਟੇਜ ਤੇ ਲਾਭ ਪਹਿਲਾਂ ਆ ਗਿਆ, ਮੈਥੋਂ 15 ਮਿੰਟ, ਮੈਂ ਥੋੜਾ ਕਿਸੇ ਪਾਸਿਓਂ ਆਇਆ ਸੀ। ਜਦੋਂ ਮੈਂ ਸਟੇਜ ਤੇ ਚੜ੍ਹਨ, ਮੈਂ ਸੁਣ ਰਿਹਾ ਸੀ, ਮੈਨੂੰ ਨਹੀਂ ਪਤਾ ਕੌਣ ਸੀ ਉਹ, ਕੌਣ ਲੈ ਆ ਗਿਆ ਹੁਣ ਡੱਕਿਆ ਜੀ, ਤੂੰ ਮੇਰੇ ਅਜੇ ਚਾਹ ਵੀ ਨਹੀਂ ਸੀ ਪੀਤੀ। ਉਹ ਗੱਲ ਇੱਕ ਧਾਰਨਾ ਜੀ ਬਣ ਗਈ ਸੀ ਉਦੋਂ। ਫਿਰ ਮੈਂ ਇਹਨਾਂ ਗੀਤਾਂ ਬਣੀਆਂ, ਫਿਰ ਮੈਂ ਇੱਕ ਗੀਤ ਲਿਖਿਆ ਉਹ ਵੀ ਧੀ ਜੰਮ ਪੀ ਜਵਾਈ ਵਾਲਾ ਹੋ ਗਿਆ, ਤੂੰ ਦਾਰੂ ਪੀਣੀ ਛੱਡ ਵੀਰ ਵੀ। ਮੈਂ ਕਿਹਾ ਹੁਣ ਇੱਧਰ ਨੂੰ ਮੋੜ ਲੈ ਜੀ, ਉਹ ਵੀ ਬੜਾ ਸੋਹਣਾ ਗੀਤ ਚੱਲਿਆ ਸੀ। ਹਾਂ, ਲੋਕਾਂ ਨੂੰ ਉਧਰੋਂ ਇੱਧਰ ਨੂੰ ਮੋੜ। ਹਾਂ, ਤੇ ਲਾਵੀਰਾ ਸਾਹਿਬ ਨਾਲ ਅੱਜ ਕੱਲ ਮਿਲਦੇ ਜੁਲਦੇ ਰਹਿੰਦੇ ਹੋ ਜੀ? ਹਾਂ ਮਿਲਦੇ ਰਹਿੰਦੇ ਆ। ਉਹ ਕਿੰਨਾ ਕੁ ਮਾਣ ਦਿੰਦੇ ਆ ਤੁਹਾਨੂੰ? ਜਿਵੇਂ ਤੁਸੀਂ, ਮੈਂ ਤੁਹਾਡੀ ਗੱਲ ਰੋਕ ਰਿਹਾਗਾ, ਤੁਸੀਂ ਉਹਨਾਂ ਦੇ ਨਾਲ ਔਖੇ ਸਮਿਆਂ ਦੇ ਵਿੱਚ ਖੜੇ ਆ, ਔਖੇ ਸਮਿਆਂ ਦੇ ਵਿੱਚ ਉਹਨਾਂ ਦੀਆਂ ਐਲਬਮਾਂ ਪੇਸ਼ ਕਰੀਆਂ ਨੇ। ਦੇਖੋ ਮੇਰੇ ਵੀ ਦੁੱਖ ਸੁੱਖ 'ਚ ਉਹ ਖੜਾ ਹੈ, ਆਇਆ ਜਿੱਥੇ ਕਿਤੇ ਮੈਨੂੰ ਕੋਈ ਦਿੱਕਤ ਆਈ ਹੈ, ਜਾਂ ਕੋਈ ਮੇਰਾ ਫਾਦਰ ਸਾਹਿਬ ਦੀ ਡੈਥ ਹੋ ਗਈ ਸੀ, ਮਦਰ ਦੀ ਡੈਥ ਹੋ ਗਈ ਸੀ, ਹੋਰ ਕੋਈ ਇਹੋ ਜਿਹਾ ਦੁੱਖ ਸੁੱਖ ਹੁੰਦਾ, ਜਾਂ ਮੇਰੀ ਬੇਟੀ ਦੇ ਵਿਆਹ 'ਚ ਜਾਂ ਸਿਸਟਰ ਦੇ, ਉਹ ਆਇਆ। ਉਹ ਛੋਟੀ ਸਿਸਟਰ 96 ਵਿੱਚ ਵਿਆਹੀ ਹੈ, ਸਾਡਾ ਤਾਂ ਬਾਹ 91 ਵਿੱਚ ਪੈ ਗਿਆ ਸੀ, ਉਦੋਂ ਹਿੱਟ ਹੋ ਗਿਆ ਸੀ। ਮਾਨਕ ਸਾਹਿਬ ਵੀ ਆਏ ਸੀ ਤੇ ਲਾਭ ਵੀ ਆਇਆ, ਹੋਰ ਵੀ ਚਲੋ ਜਿੰਨਾ ਮਿੱਤਰ ਦੋਸਤ ਹੁੰਦੇ ਆ, ਮੇਰੇ ਵੀ ਜਾਣੀ ਉਹ ਔਖੇ ਸਮੇਂ 'ਚ ਜਾਂ ਸੌਖੇ ਸਮੇਂ 'ਚ ਸਾਥੀ ਬਣਿਆ। ਮਾਨਕ ਸਾਹਿਬ ਨੇ ਤੁਹਾਡੇ ਸ਼ੁਰੂਆਤ ਦੇ ਵਿੱਚ ਗੀਤ ਗਾਏ, ਉਸ ਤੋਂ ਬਾਅਦ ਹੀਰਾ ਸਾਹਿਬ ਨੇ ਗੀਤ ਗਾਏ, ਇਹਨਾਂ ਤੋਂ ਬਿਨਾਂ ਹੋਰ ਕਿਹੜੇ ਕਲਾਕਾਰਾਂ ਨੇ ਗੀਤ ਗਾਏ ਤੁਹਾਡੇ ਜੀ? ਇਹਨਾਂ ਤੋਂ ਬਿਨਾਂ ਬਲਦੇਵ ਕਾਕੜੀ ਮੁੰਡਾ ਸਿੰਗਰ, ਅੱਜ ਕੱਲ੍ਹ ਉਹ ਮਤਲਬ ਜਿਹੜਾ ਹੈਗਾ ਮਿਊਜ਼ਿਕ ਕਰਦਾ ਹੈ, ਸਿਖਾਉਂਦਾ ਹੈ ਮੁੰਡਿਆਂ ਨੂੰ, ਸੰਗੀਤ ਸਿਖਾਉਂਦਾ ਹੈ ਤੇ ਮੋਹਾਲੀ ਰਹਿੰਦਾ ਹੈ। ਉਹ ਬੜੀ ਛੋਟੀ ਉਮਰ 'ਚ ਬੜਾ ਹਿੱਟ ਹੋ ਗਿਆ ਸੀ, ਉਹਨੇ ਵੀ ਮੇਰੇ 7-8 ਗੀਤ ਗਾਏ। ਉਹਦਾ ਗਾਇਆ ਸੀ ਗੀਤ ਕਾਹਦੇ ਰੁੱਸ ਗਏ ਨੇ ਸੱਜਣ ਪਿਆਰੇ, ਲੱਗਦਾ ਨਹੀਂ ਜੀ ਜੱਗ ਤੇ, ਉਹ ਫਿਰ ਬਾਅਦ 'ਚ ਲਾਭ ਨੇ ਵੀ ਗਾਇਆ। ਦੋਨਾਂ ਦੀ ਆਵਾਜ਼ 'ਚ ਹੀ ਉਹ ਗੀਤ ਸੁਪਰ ਹਿੱਟ ਹੋਇਆ। ਤੇ ਇਹ ਤੋਂ ਇਲਾਵਾ ਸਤਵਿੰਦਰ ਬਿੱਟੀ ਅੱਜ ਕੱਲ੍ਹ ਤਾਂ ਮੇਰਾ ਖਿਆਲ ਹੈ ਨਹੀਂ ਗਾਉਂਦੀ, ਉਹ ਸ਼ਾਇਦ ਇੱਧਰ ਸਿਆਸਤ ਵਾਲੇ ਪਾਸੇ ਹੈ। ਉਹਨੇ ਇੱਕ ਗੀਤ ਗਾਇਆ ਸੀ, ਮੇਰਾ ਸੱਜਣਾ ਤੇਰੀ ਯਾਦ ਨੇ ਮੇਰੇ ਵਨ ਸਵਰ ਦੇ ਤੋੜ ਸੁੱਟੇ, ਮੈਂ ਰੋ ਰੋ ਕਮਲੀ ਹੋ ਗਈਆਂ ਦੁਨੀਆ ਨੇ ਕਿੱਸੇ ਜੋੜ ਸੁੱਟੇ। ਉਹ ਮੇਰੀ ਮਰਜ਼ੀ ਤੋਂ ਬਗੈਰ ਗਾਇਆ ਸੀ ਵੈਸੇ ਉਹ ਗੀਤ, ਉਹਨੇ ਬਲਦੇਵ ਕਾਕੜੀ ਨੇ ਗਾਇਆ ਹੋਇਆ ਸੀ ਪਹਿਲਾਂ। ਉਹ ਕਿਤੇ ਕਿਸੇ ਤਰ੍ਹਾਂ ਖੱਬੇ ਸੱਜੇ ਹੋ ਕੇ ਉਹਦੇ ਕੋਲੇ ਪਹੁੰਚ ਗਿਆ, ਗਾਇਆ ਉਹਨੇ ਮੇਰੇ ਨਾਂ ਥੱਲੇ ਹੀ ਹੈ। ਇਹ ਨਹੀਂ ਮੈਂ ਕਹਿੰਦਾ ਵੀ ਉਹਨੇ ਕਿਸੇ ਹੋਰ ਦੇ ਨਾਂ ਥੱਲੇ ਗਾਤਾ, ਨਾ ਉਹਨੇ ਕੋਈ ਤੋੜ ਮਰੋੜ ਕੀਤੀ ਹੈ, ਪਰ ਉਹ ਮੇਰੇ ਨਾਲ ਨਹੀਂ ਸੀ ਕਦੇ ਉਹਦੀ ਗੱਲ ਹੋਈ ਵੀ ਮੈਂ ਤੁਹਾਡਾ ਗੀਤ ਰਿਕਾਰਡ ਕਰਾਉਣਾ ਹੈ ਜਾਂ ਨਹੀਂ ਕਰਾਉਣਾ। ਉਹ ਟਾਈਟਲ ਵੀ ਉਹਦਾ ਉਹੀ ਸੀ, CD ਦਾ ਸਬਰ। ਤੇ ਇਹ ਤੋਂ ਇਲਾਵਾ ਅਰਸ਼ਦੀਪ ਚੋਟੀਆਂ, ਬਲਵੀਰ ਚੋਟੀਆਂ, ਤੇ ਵਿਚਾਰਾ ਇਸ ਦੁਨੀਆ ਤੋਂ ਚਲਾ ਗਿਆ ਜ਼ਾਕਿਰ ਹੁਸੈਨ ਸ਼ੰਮੀ ਜੀ, ਇਹਨਾਂ ਨੇ ਵੀ ਮੇਰੇ ਗੀਤ ਗਾਏ। ਜਾਣੀ ਕਿ ਕਾਫੀ ਕਲਾਕਾਰਾਂ ਨੇ ਗੀਤ ਗਾਏ ਆ। ਤੇ ਬਿੱਟੀ ਵਾਲੀ ਗੱਲ ਤੇ ਆਉਂਦੇ ਆ, ਜਦੋਂ ਤੁਹਾਡਾ ਉਹਨਾਂ ਨੇ ਗੀਤ ਗਾ ਦਿੱਤਾ, ਉਹਨਾਂ ਤੇ ਗੁੱਸਾ ਤਾਂ ਨਹੀਂ ਆਇਆ ਜਿਵੇਂ ਕਿ ਇਹਨਾਂ ਨੇ ਮੇਰੀ ਮਰਜ਼ੀ ਤੋਂ ਬਿਨਾਂ ਗੀਤ ਗਾ ਦਿੱਤਾ? ਨਹੀਂ, ਉਹ ਹਾਲਾਂਕਿ ਬਲਦੇਵ ਕਾਕੜੀ ਦਾ ਮੈਨੂੰ ਫੋਨ ਆਇਆ ਸੀਗਾ ਵੀ ਆਪਾਂ ਕੋਈ ਇਹੋ ਜਿਹਾ ਕੋਈ ਕਰੀਏ। ਚਲੋ ਮੈਂ ਕਿਹਾ ਯਾਰ ਦੇਖੋ ਬਲਦੇਵ ਤੈਂ ਪਹਿਲਾਂ ਗਾਇਆ, ਤੇਰਾ ਮਾਰਕੀਟ 'ਚ ਆ ਚੁੱਕਿਆ ਗੀਤ। ਹਾਲਾਂਕਿ ਉਹ ਗੀਤ ਉਹਨੇ ਗਾਇਆ ਹੀ ਸੀ, ਸਟੇਜਾਂ 'ਤੇ ਰਿਕਾਰਡ ਨਹੀਂ ਸੀ ਹੋਇਆ ਜੀ। ਬਲਦੇਵ ਕਾਕੜੀ ਦੀ ਆਵਾਜ਼ 'ਚ ਗਾਇਆ, ਮੈਂ ਇਹ ਕਹੂੰਗਾ, ਮੈਂ ਝਿਜਕਦਾ ਨਹੀਂ, ਗਾਇਆ ਬਲਦੇਵ ਕਾਕੜੀ ਨੇ ਸੋਹਣਾ ਸੀ ਉਹ ਜੀ। ਬਿੱਟੀ ਤੋਂ ਓਨਾ ਨਹੀਂ ਨਿਭਿਆ ਉਹ ਗੀਤ ਜਿੰਨਾ ਮਤਲਬ ਬਲਦੇਵ ਦੀ ਨੇ, ਕਿਉਂਕਿ ਉਹ ਵਿੱਚ ਵੜਦਾ ਸੀ ਗੀਤ ਦੇ ਜੀ। ਹੁਣ ਸੰਗੀਤ ਬਾਰੇ ਬੜੀ ਨੌਲੇਜ ਸੀ, ਮੈਨੂੰ ਨਹੀਂ ਪਤਾ ਬਿੱਟੀ ਨੂੰ, ਮੈਂ ਵਿਚਾਰੀ ਨੂੰ ਕਦੇ ਸਟੇਜਾਂ 'ਤੇ ਦੇਖਿਆ, ਮਿਲਿਆ ਨਹੀਂ ਕਿਤੇ ਵੀ ਉਹਨੂੰ ਕਿੰਨੀ ਕੁ ਸੂਝ ਹੈ, ਪਰ ਮੈਂ ਇਹ ਕਹੂੰਗਾ ਵੀ ਉਹ ਬਲਦੇਵ ਨੇ ਵਧੀਆ ਗਾਇਆ ਸੀ। ਨਹੀਂ, ਬਲਦੇਵ ਵੈਸੇ ਸਟੇਜੀ ਕਲਾਕਾਰ ਬਹੁਤ ਵਧੀਆ, ਜਿਵੇਂ ਕਿ ਲਾਵੀਰਾ ਜੀ ਸਟੇਜੀ ਕਲਾਕਾਰ ਬਹੁਤ ਵਧੀਆ ਨੇ। ਹਾਂ ਹਾਂ ਹਾਂ, ਉਹ ਮਤਲਬ ਦੇਖੋ ਜਿਹੜੇ ਬੰਦੇ ਸਟੇਜਾਂ 'ਤੇ ਮਤਲਬ ਹੈ ਕੁਛ ਵੀ ਕਰ ਲਓ ਵੀ ਸੰਗੀਤ ਦੇ ਗੀਤ ਦੇ
ਜੀ ਗੀਤ ਦੇ ਵਿੱਚ ਵੜ ਕੇ ਗੀਤ ਨੂੰ ਗਾਉਂਦੇ ਆ ਨਾ, ਉਹ ਗੀਤ ਵਧੀਆ ਨਿਭਦਾ ਹੈ। ਜਿਵੇਂ ਕਿ 5-7 ਕਲਾਕਾਰਾਂ ਨੇ ਤੁਹਾਡੇ ਗੀਤ ਗਾਏ, ਤੇ ਇਹਨਾਂ ਵੱਲੋਂ ਗੀਤਾਂ ਦਾ ਮੁੱਲ ਮਿਲਦਾ ਸੀ ਕਿ ਨਹੀਂ ਜੀ? ਨਹੀਂ, ਇਹ ਉਹ ਫਿਰ ਉੱਥੇ ਆ ਗਈ ਨਾ ਗੱਲ ਵੀ ਇਹਦਾ ਤਵੱਕੋ ਹੀ ਨਹੀਂ ਰੱਖੀ ਮੈਂ ਕਦੇ ਵੀ ਮੈਂ ਗੀਤਾਂ ਦਾ ਮੁੱਲ ਵੱਟਣਾ ਹੈ ਜੀ। ਇਹ ਤਾਂ ਕਦੇ ਭੁੱਲ ਕੇ ਵੀ ਨਹੀਂ ਆਈ ਗੱਲ ਦਿਮਾਗ 'ਚ। ਬਸ ਇਹੋ ਹੀ ਹੁੰਦਾ ਵੀ ਹਾਂ ਠੀਕ ਹੈ। ਜਦੋਂ ਖਾਸ ਕਰਕੇ ਜਦੋਂ ਨਾ ਉਹ ਕਹਿੰਦੇ ਹੁੰਦੇ ਸਿਰੇ ਵਾਲੀ ਪੌੜੀ ਨੂੰ ਹੱਥ ਪੈ ਗਿਆ ਸੀ ਮਾਨਕ ਸਾਹਿਬ ਨੇ, ਉਹ ਪੁੱਤਰ ਦੀ ਕਸਮ ਆ ਗਿਆ, ਫਿਰ ਤਾਂ ਬਿਲਕੁਲ ਹੀ ਝਾਕਾਂ ਖਤਮ ਕਰਤੀਆਂ ਸਾਰੀਆਂ ਜੀ। ਹੁਣ ਨਹੀਂ ਯਾਰ, ਇਹ ਤਾਂ ਝਾਕਿਆ ਹੀ ਨਹੀਂ ਮੈਂ ਇਸ ਪਾਸੇ ਜੀ। ਸੰਤੁਸ਼ਟ ਹੋ ਗੀਤਕਾਰੀ ਤੇ ਜੀ? ਬਿਲਕੁਲ ਬਿਲਕੁਲ ਸੰਤੁਸ਼ਟ ਹਾਂ ਮੈਂ, ਜਿੰਨਾ ਕੁ ਲਿਖਿਆ ਉਹਦਾ ਮਾਣ ਹੈ ਵੀ ਜਿੱਥੇ ਮਰਜ਼ੀ ਹੈ ਕੋਈ ਸੁਣ ਲੇ ਯਾਰ, ਕੋਈ ਮਾੜਾ ਨਹੀਂ ਲਿਖਿਆ। ਕਦੇ ਇਹ ਸੋਚਿਆ ਹੋਵੇ ਇਹਨਾਂ ਨੇ ਤਾਂ ਗੀਤ ਗਾ ਦਿੱਤੇ, ਕਿਸੇ ਉਸ ਸਮੇਂ ਗਾਇਕ ਦਾ ਨਾਮ ਚੱਲ ਰਿਹਾ ਹੋਵੇ, ਉਹਦੇ ਤੱਕ ਪਹੁੰਚ ਕਰੀ ਹੋਵੇ ਗੀਤ ਦੇਣ ਦੀ, ਉਹਨੇ ਗੀਤ ਨਾ ਗਾਇਆ ਹੋਵੇ? ਦੇਖੋ ਮੈਂ ਤਾਂ ਇਹ ਸਮਝਦਾ ਵੀ ਜਿਨ੍ਹਾਂ ਦਿਨਾਂ 'ਚ ਮਾਨਕ ਸਾਹਿਬ ਨੇ ਮੇਰੇ ਗੀਤ ਗਾਏ ਹੈ, ਉਹਨਾਂ ਦਿਨਾਂ 'ਚ ਹੋਰ ਕਿਸੇ ਉਹਦਾ ਉਹਨਾਂ ਟਾਈਮਾਂ 'ਚ ਵੀ ਚੱਲਿਆ ਜਦੋਂ ਅੱਤਵਾਦ ਸੀ ਜੀ। ਇਸ ਕਰਕੇ ਮੈਂ ਕਦੇ ਰੱਖੀ ਨਹੀਂ ਇਹ ਗੱਲ ਜੀ ਵੀ ਕੋਈ ਹੋਰ ਗਾਵੇ ਮੇਰੇ ਜਾਂ ਹੋਰ ਨਹੀਂ, ਬਸ ਉੱਥੇ ਤੱਕ ਹੀ ਸੀ। ਤੇ ਟੋਟਲ ਕਿੰਨੇ ਗੀਤਾਂ ਦੀ ਲੜੀ ਹੈ ਜਿਹੜੇ ਗੀਤ ਰਿਕਾਰਡਿੰਗ ਹੋ ਚੁੱਕੀ ਹੈ ਜੀ? ਉਹ ਲਗਭਗ 150 ਗੀਤ ਮੇਰਾ ਸਾਰਾ ਰਿਕਾਰਡ ਹੋਇਆ। ਤੇ ਲਿਖੇ ਕਿੰਨੇ ਪਏ ਆ ਜੀ? ਲਿਖੇ ਤਾਂ ਗਿਣਤੀ ਨਹੀਂ ਹੈਗੀ ਕੋਈ, ਐਵੇਂ ਤੁਹਾਨੂੰ ਕਹਾਂ 1000 2000 ਕਿੰਨੇ ਕੁ ਹੋਣਗੇ ਡਾਇਰੀਆਂ, ਜਿੱਥੇ ਤੁਸੀਂ ਕਿਤੇ ਮੇਰੇ ਰੂਮ 'ਚ ਪੜ੍ਹ ਕੇ ਦੇਖ ਲਓਗੇ ਸਾਰੀਆਂ, ਜਿਹੜੀ ਡਾਇਰੀ ਚੱਕ ਲਾ ਭਾਵੇਂ ਉਹ ਸ਼ੁਰੂ ਕੀਤੀ ਆਪਦੇ ਪੁਲਿਸ ਵਰਕਿੰਗ ਵਾਸਤੇ ਗੀਤ ਉਹਦੇ 'ਚ ਵੀ ਲਿਖੇ ਪਏ ਨੇ। ਪੁਲਿਸ ਵਰਕਿੰਗ ਦੀ ਡਾਇਰੀ ਦੇ ਵਿੱਚ ਗੀਤ? ਬਿਲਕੁਲ ਸਹੀ ਗੱਲ ਹੈ। ਤੇ ਜਿਵੇਂ ਕਿ ਪੁਲਿਸ ਵਾਲੇ ਥੋੜੇ ਜਿਹੇ ਕੜਕ ਜਿਹੇ ਇਨਸਾਨ ਹੁੰਦੇ ਹੈਗੇ ਤੇ ਰੋਹ ਜਾਂ ਵੱਧ ਮਾਰਦੇ ਆ, ਤੁਹਾਡੇ ਗੱਲਾਂ ਤੋਂ ਝਲਕ ਨਹੀਂ ਰਿਹਾ ਇਹ ਪੁਲਿਸ ਵਾਲਾ ਬਾਈ ਹੋ ਸਕਦਾ ਗਾ? ਉਹਨੇ ਇਹ ਨਾ ਪੁਲਿਸ 'ਚ ਵੀ ਤਾਂ ਇਨਸਾਨ ਹੀ ਹੁੰਦੇ ਆ ਨਾ ਜੀ, ਹੁੰਦੇ ਤਾਂ ਇਨਸਾਨ ਆ, ਫਿਰ ਵੀ ਡਰਦੇ ਤਾਂ ਹੈਗੇ ਆ। ਕਈ ਵਾਰੀ ਉਹਨਾਂ ਨੂੰ ਆਪਦੇ ਨਾ, ਕੋਈ ਵਾਰੀ ਮੈਥੋਂ ਵੀ ਹੋ ਸਕਦਾ ਕੋਈ ਇਹੋ ਜਿਹਾ ਹੋ ਗਿਆ ਹੋਵੇ ਕੁਛ, ਵੀ ਉਹ ਆਪਦੇ ਵਰਦੀ ਦੀ ਉਹਨਾਂ ਨੇ ਰੱਖਣੀ ਹੁੰਦੀ ਆ ਨਾ ਵੀ ਮੈਥੋਂ ਯਾਰ ਮੇਰੀ ਹੈਗਾ ਬੜਾ ਜਿਹਾ ਦਬਦਬਾ, ਉਹਨੂੰ ਬਰਕਰਾਰ ਰੱਖਣ ਵਾਸਤੇ ਕਿਤੇ ਹੋ ਜਾਂਦਾ ਹੈ। ਵੈਸੇ ਚਲੋ ਚਾਹੀਦਾ ਨਹੀਂ, ਵੈਸੇ ਤਾਂ ਚੰਗੇ ਇਨਸਾਨਾਂ ਨਾਲ ਚੰਗੇ ਤੌਰ 'ਤੇ ਪੇਸ਼ ਹੋਣਾ ਚਾਹੀਦਾ, ਮਾੜਾ ਨਾ ਤਾਂ ਫਿਰ ਨੇਚਰਲੀ ਹੈ। ਇਹ ਮਾੜੇ ਲਈ ਡੰਡਾ ਜੀ, ਉਹਨੂੰ ਵਰਤ ਰਹੀ ਹੈ ਡੰਡਾ ਪੀਰ ਹੈ ਵਿਗੜਿਆ ਤਿਗੜਿਆਂ ਦਾ। ਤੇ ਕੋਈ ਪੁਲਿਸ ਵਾਲਿਆਂ ਦੇ ਗੀਤ ਲਿਖਿਆ ਹੋਵੇ ਜੀ? ਨਹੀਂ ਮੈਂ ਨਹੀਂ ਪੁਲਿਸ, ਦੇਖੋ ਉਹਦੇ 'ਚ ਐਵੇਂ ਜਾਂ ਤਾਂ ਇਹਨੂੰ ਕਹਿ ਲਓ ਵੀ ਆਪਣੇ ਮੂੰਹੋਂ ਮੀਆਂ ਮਿੱਠੂ ਜੀ, ਕਿਉਂ ਮੈਂ ਪੁਲਿਸ ਸੀ, ਮੈਂ ਪੁਲਿਸ ਦੇ ਹੋਰ ਗੀਤਾਂ ਲਾਭ ਨੇ ਗਾਏ ਨੇ ਮੇਜਰ ਖੋਖਰ ਵਾਲੇ ਦੇ ਜਾਂ ਹੋਰ, ਪਰ ਮੈਂ ਨਹੀਂ। ਮਿਲਣੋਂ ਰਹਿ ਗਿਆ ਪੁਲਿਸ ਵਿੱਚ ਹੋ ਕੇ ਭਰਤੀ ਜੀ? ਜਾਂ ਫਿਰ ਬਿਜਲੀ ਮਹਿਕਮੇ ਵਾਲੇ ਤੇ ਗੀਤ ਆਇਆ ਸੀਗਾ, ਸ਼ਿੰਦਰ ਨਥਾਣੇ ਵਾਲੇ ਦਾ ਲਿਖਿਆ ਸੀ, ਸੋਹਣੇ ਸੋਹਣੇ ਗੀਤ ਲਿਖਦਾ, ਯਾਨੀ ਕਿ ਤੁਸੀਂ ਨਹੀਂ ਗੀਤ ਲਿਖੇ? ਨਹੀਂ ਮੈਂ ਮਤਲਬ ਪਰਸਨਲੀ ਨਹੀਂ ਕੋਈ ਇਸ ਗੱਲ ਨੂੰ ਲਿਆ ਮੈਂ ਕਦੀ ਕਿਸੇ ਨੇ ਸਵਾਲ ਕਰਿਆ ਹੋਵੇ ਪਹਿਲਾਂ ਵੀ ਤੁਹਾਨੂੰ? ਨਹੀਂ ਮੈਨੂੰ ਹਾਂ ਸਵਾਲ ਤਾਂ ਚਲੋ ਹੋ ਜਾਂਦੇ ਆ, ਮਤਲਬ ਹੈ ਕਦੋਂ ਵੀ ਜੇ ਕੋਈ ਮਿਲਦਾ ਸੱਜਣ ਜਾਂ ਕੋਈ ਹੋਰ ਇੰਟਰਵਿਊ ਵੀ ਤੁਸੀਂ ਮਹਿਕਮੇ 'ਚ ਹੋ ਕੇ ਕਿਵੇਂ ਲਿਖਦੇ ਹੋ, ਮੈਂ ਕਿਹਾ ਯਾਰ ਮਹਿਕਮੇ 'ਚ ਤਾਂ ਬਾਅਦ 'ਚ ਹੋਇਆ, ਮੈਂ ਲਿਖਦਾ ਤਾਂ ਮੈਂ ਇਨਸਾਨ ਤਾਂ ਮੈਂ ਪਹਿਲਾਂ ਜੀ। ਤੇ ਗੀਤਾਂ ਦਾ ਤਾਂ ਜਿਹੜਾ ਸਿਲਸਿਲਾ ਮੇਰਾ ਉਹ ਪਹਿਲਾਂ ਸ਼ੁਰੂ ਹੋਇਆ ਨਾ, ਜਾਂ ਇਹਦੇ ਨਾਲ ਇਹਨੂੰ ਜੋੜ ਕੇ ਕਿਉਂ ਦੇਖਦੇ ਹੋ? ਮੈਂ ਕਿਹਾ ਵੀ ਤੁਸੀਂ, ਮੈਂ ਤਾਂ ਤੁਹਾਨੂੰ ਵੀ ਕਹੂੰਗਾ ਜੀ ਪੁਲਿਸ ਵਾਲੇ ਤੇ ਗੀਤਕਾਰ ਇਹ ਨੇ ਤਾਂ ਕੋਈ ਗੱਲ ਨਹੀਂ। ਅਸੀਂ ਜੋੜ ਕੇ ਇਸ ਤਰ੍ਹਾਂ ਹੀ ਦੇਖ ਰਹੇ ਹਾਂ, ਕੋਈ ਚੁਲਬੁਲਾਇਆ ਸਵਾਲ ਬਣ ਜੇ ਇੰਟਰਵਿਊ ਦੇ ਵਿੱਚ ਹੋਰ ਰੰਗਤ ਭਰੀ ਜਾਵੇ ਜੀ। ਹਾਂ ਚਲੋ ਠੀਕ ਹੈ ਤੁਹਾਡੀ ਗੱਲ, ਪਰ ਮੈਂ ਨਹੀਂ ਇਹਨੂੰ ਜੋੜ ਕੇ ਦੇਖਦਾ। ਮੈਂ ਤਾਂ ਇਹ ਦੇਖਦਾ ਵੀ ਉਹ ਪੁਲਿਸ 'ਚ ਫੇਰ ਹੀ ਭਰਤੀ ਹੋਇਆ ਨਾ ਜੋ ਇਨਸਾਨ ਸੀਗਾ, ਤੇ ਗੀਤਕਾਰ ਵੀ ਉਹ ਫੇਰ ਹੀ ਜੋ ਇਨਸਾਨ ਸੀਗਾ। ਜੇ ਇਨਸਾਨੀਅਤ ਕਾਇਮ ਆ ਤੁਹਾਡੇ 'ਚ ਤਾਂ ਸਾਰਾ ਕੁਝ ਠੀਕ ਹੈ। ਧਾਲੀਵਾਲ ਸਾਹਿਬ, ਫਿਰ ਪੰਜਾਬ ਪੁਲਿਸ ਦੇ ਵਿੱਚ ਭਰਤੀ ਕਿਸ ਸੰਨ ਦੇ ਵਿੱਚ ਹੋਈ ਸੀ ਤੁਸੀਂ? ਮੈਂ 1982 'ਚ ਭਰਤੀ ਹੋਇਆ। 80 'ਚ ਮੈਂ ਮੈਟ੍ਰਿਕ ਕੀਤੀ ਸੀ, ਬਸ 28/9/1982 'ਚ ਭਰਤੀ ਹੋਇਆ ਮੈਂ ਐਜ ਏ ਕੰਸਟੇਬਲ ਬਠਿੰਡੇ ਜ਼ਿਲ੍ਹੇ 'ਚ। ਤੇ ਲਗਭਗ 38 ਸਾਲ ਵਾਂਗੂ ਮੈਂ ਨੌਕਰੀ ਕੀਤੀ। 20 ਸਾਲ ਦਾ ਭਰਤੀ ਹੋ ਗਿਆ ਸੀ ਜੀ, 58 ਸਾਲ ਦਾ ਉਮਰ ਹੋ ਗਈ ਸੀ ਜਦੋਂ ਮੈਂ ਰਿਟਾਇਰ ਹੋਇਆ। ਤੇ ਕਿੱਥੇ ਕਿੱਥੇ ਤੁਸੀਂ ਆਪਦੀਆਂ ਸੇਵਾਵਾਂ ਨਿਭਾਈਆਂ ਜੀ? ਮੈਂ ਸ਼ੁਰੂ ਭਰਤੀ ਤੁਹਾਨੂੰ ਦੱਸਿਆ ਹੀ ਵੀ ਉਦੋਂ ਬਠਿੰਡਾ ਮਾਨਸਾ ਇੱਕੋ ਹੀ ਜ਼ਿਲ੍ਹਾ ਹੁੰਦਾ ਸੀ ਜੀ। ਉਸ ਤੋਂ ਬਾਅਦ ਫਿਰ ਮੈਂ 3 ਸਾਲ ਬਠਿੰਡੇ 'ਚ ਰਿਹਾ, ਫਿਰ ਮਾਨਸਾ ਸਬ ਡਿਵੀਜ਼ਨ ਹੁੰਦੀ ਬਠਿੰਡੇ ਦੀ, ਇੱਧਰ ਆ ਗਿਆ। ਫਿਰ 92 'ਚ ਜ਼ਿਲ੍ਹਾ ਬਣ ਗਿਆ। ਫਿਰ ਉਸ ਤੋਂ ਬਾਅਦ ਮੈਂ ਸਾਰੀ ਮਾਨਸਾ ਜ਼ਿਲ੍ਹੇ ਦੀ ਨੌਕਰੀ ਹੈ, ਸਰਦੂਲਗੜ੍ਹ, ਜੌੜਕੀਆਂ, ਬਰੇਟਾ, ਚੌਂਕੀ ਬਹਿਣੀਵਾਲ, ਚੌਂਕੀ ਕੁੱਲਰੀਆਂ, ਚੌਂਕੀ ਉੱਭਾ, ਜੋਗਾ ਥਾਣਾ, ਭਿੱਖੀ ਥਾਣਾ, ਸਦਰ ਮਾਨਸਾ, ਸਿਟੀ ਮਾਨਸਾ, ਸਾਰੇ ਥਾਣੇ। ਮੇਰਾ ਖਿਆਲ ਇੱਕ ਬੁਢਲਾਡਾ ਥਾਣਾ ਹੈ ਜ਼ਿਲ੍ਹੇ ਮਾਨਸਾ ਦਾ ਜਿੱਥੇ ਮੈਂ ਨਹੀਂ ਰਿਹਾ। ਉਹਦਾ ਵੀ ਕੋਈ ਕਾਰਨ ਸੀ ਜੀ। ਉਹਦਾ ਕਾਰਨ ਇਹ ਸੀ ਵੀ ਬੁਢਲਾਡੇ ਦੇ ਨੇੜੇ ਲਾਭ ਦਾ ਪਿੰਡ ਪੈਂਦਾ,
ਉਹ ਮੈਂ ਕਿਹਾ ਅਸੀਂ ਉੱਥੇ ਫਿਰ ਦੋਨੇ ਡਿਸਟਰਬ ਹੋਵਾਂਗੇ। ਉਹਦਾ ਕਾਰਨ ਕੀ ਸੀ ਵੀ ਉਹ ਆਮ ਜਿਹੜੇ ਨਾ ਮਤਲਬ ਲਾ ਲਓ ਇਲਾਕੇ ਦੇ ਬੰਦੇ ਜਾਂ ਉਹਨਾਂ ਨੂੰ ਲਾਲਚ ਹੁੰਦਾ ਵੀ ਯਾਰ ਆਪਾਂ ਕਿਸੇ ਤਰ੍ਹਾਂ ਇਹਨੂੰ ਕਹਿ ਕੇ ਘੱਟ ਪੈਸਿਆਂ 'ਚ ਕਰਵਾਈਏ ਜਾਂ ਹੋਰ। ਉਹ ਮੈਨੂੰ ਐਵੇਂ ਹੁੰਦਾ ਵੀ ਯਾਰ ਉਹਦਾ ਪ੍ਰੋਫੈਸ਼ਨ ਹੈ ਇਹ ਜੀ, ਜੇ ਉਹ ਚੱਲਦਾ ਤਾਂ ਪੈਸੇ ਮੰਗਦਾ ਉਹ, ਜੇ ਨਹੀਂ ਲਿਜਾਣਾ ਅਗਲਾ ਨਾ ਲਿਜਾਵੇ। ਮੈਨੂੰ ਕਾਹਨੂੰ ਵਿੱਚ ਉਹ ਮੈਂ ਤਾਂ ਥੋੜ੍ਹਾ ਜਿਹਾ ਉੱਥੇ ਪੋਸਟਿੰਗ ਕਰਾਉਣ ਤੋਂ ਗਰੇਜ ਕੀਤਾ। ਜਿਵੇਂ ਕਿ ਲਾਹ ਵੀਰੇ ਦੇ ਪ੍ਰੋਗਰਾਮਾਂ ਦੇ ਵਿੱਚ ਤੁਹਾਨੂੰ ਵਿੱਚ ਕਿਤੇ ਨਾ ਕਿਤੇ ਇਨਵੋਲਵ ਕੀਤਾ ਜਾਂਦਾ ਸੀ। ਇਨਵੋਲਵ ਕੀਤਾ ਜੀ, ਇੱਕ ਦੋ ਮੈਂ ਕਿਸੇ ਦਾ ਨਾਂ ਨਹੀਂ ਲੈਂਦਾ, ਇੱਕ ਦੋ ਕੰਪਨੀਆਂ ਨੇ ਫਾਇਦਾ ਉਠਾਉਣ ਦੀ ਕੋਸ਼ਿਸ਼ ਕੀਤੀ। ਪ੍ਰੋਗਰਾਮ ਉਹਨਾਂ ਦਾ ਕੋਈ ਆਪਦਾ ਹੋਣਾ, ਵਿੱਚ ਹੀ ਐਵੇਂ ਹੀ ਬੋਲਣਾ ਆ ਗਏ ਜੀ ਸੁਖਵਿੰਦਰ ਧਾਲੀਵਾਲ ਆ ਗਏ ਜੀ, ਉਹਨਾਂ ਦੇ ਨਾਲ ਲਾਭ ਹੀਰ ਆ ਗਏ, ਆਪਦੀ ਕੈਸਟ ਚਲਾਉਣ ਖਾਤਰ। ਨਾ ਸਾਡਾ ਵਿੱਚ ਕੋਈ ਰੋਲ ਹੋਣਾ, ਨਾ ਵਿੱਚ ਕੋਈ ਰਿਕਾਰਡ ਗੀਤ ਹੋਣਾ, ਨਾ ਕੁਛ ਹੋਣਾ, ਬਸ ਇੱਕ ਵੀ ਇੰਨੇ ਨਾ ਇਹ ਲੋਕਾਂ 'ਚ ਇਹ ਬਣਿਆ ਰਵੇ ਵੀ ਲਾਭ ਹੀਰਾ ਵੀ ਆ ਗਿਆ, ਸੁਖਵਿੰਦਰ ਧਾਲੀਵਾਲ ਵੀ ਆ ਗਿਆ, ਹੁਣ ਇਹ ਗਾਣਾ ਵੀ ਗਾਊਗਾ ਇਹ ਫਲਾਣਾ, ਉਹ ਐਵੇਂ ਦਰੀਆਂ ਹੈ ਨਾ। ਉਹ ਮੈਂ ਕਿਸੇ ਦਾ ਨਾਂ ਨਹੀਂ ਲੈਂਦਾ, ਉਹ ਕੰਪਨੀਆਂ ਨੇ ਇੱਕ ਦੋ ਨੇ ਕੀਤਾ ਐਵੇਂ। ਯਾਨੀ ਕਿ ਬੁਢਲਾਡੇ ਦੇ ਵਿੱਚ ਤੁਸੀਂ ਉੱਥੇ ਨਹੀਂ ਗਏਗੇ, ਤੇ ਕਿਹੜੇ ਕਿਹੜੇ ਰੈਂਕ ਤੇ ਰਹਿ ਕੇ ਤੁਸੀਂ ਸੇਵਾਵਾਂ ਨਿਭਾਈਆਂ ਜੀ? ਮੈਂ ਕਨਸਟੇਬਲ ਭਰਤੀ ਹੋ ਕੇ ਇੰਸਪੈਕਟਰ ਰੈਂਕ ਤੇ ਅੱਗੇ ਰਿਟਾਇਰ ਹੋਇਆ। ਮੈਨੂੰ ਬੜਾ ਮਾਣ ਹੈ ਇਸ ਗੱਲ ਦਾ ਵੀ ਮੇਰੇ ਵੈਜ ਦੇ ਲਗਭਗ ਜਿੰਨੇ ਅਸੀਂ ਕਨਸਟੇਬਲ ਭਰਤੀ ਹੋਏ ਸੀ ਉਹਨਾਂ 'ਚੋਂ ਪ੍ਰਮਾਤਮਾ ਨੇ ਇਹ ਮੇਰੇ ਤੇ ਹੀ ਬਖਸ਼ਿਸ਼ ਕੀਤੀ, ਮੈਂ ਇੰਸਪੈਕਟਰ ਰਿਟਾਇਰ ਹੋਇਆ। ਹਾਲਾਂਕਿ ਮੇਰੇ ਤੇ ਝੱਖੜ ਵੀ ਬੜੇ ਝੁੱਲੇ ਹੈ, ਉਹ ਵੀ ਪਤਾ ਹੀ ਹੈ ਮੈਨੂੰ, ਜਿਹੜੇ ਸੁਣਦੇ ਹੋਣਗੇ ਮੇਰੀ ਇੰਟਰਵਿਊ ਵੀ ਇਸ ਗੱਲ ਤੇ ਸ਼ਾਇਦ ਖਾਰ ਨਾ ਖਾ ਜਾਣ ਵੀ ਮੇਰੇ ਤੇ ਸੁਭਾਗ ਪ੍ਰਾਪਤ ਹੋਇਆ, ਮੈਂ ਇੰਸਪੈਕਟਰ ਹੋਇਆ। ਮੇਰੇ ਤੇ ਝੱਖੜ ਵੀ ਝੁੱਲੇ ਜਿਹੜੇ ਉਹਨਾਂ ਤੇ ਨਹੀਂ ਝੁੱਲੇ ਸੀ। ਹਾਂ, ਇਸ ਕਰਕੇ ਵਾਰ ਵਾਹਿਗੁਰੂ ਨੇ ਬਖਸ਼ਿਸ਼ ਰੱਖੀ, ਉਹਨੇ ਸਭ ਧੋਣੇ ਧੋਤੇ ਆਪੇ ਸਭ ਠੀਕ ਕਰਤਾ। ਸੰਤੁਸ਼ਟ ਹੋ ਜੀ ਆਪਦੀ ਜੌਬ ਤੇ ਵੀ, ਗੀਤਕਾਰੀ ਤੇ ਵੀ? ਬੜਾ ਮੈਂ ਆਪਦੇ ਦੇਖੋ ਬੜਾ ਮੈਨੂੰ ਮਤਲਬ ਸਕੂਨ ਹੁੰਦਾ ਹੈ। ਮੈਂ ਆਪਦੀ ਗੀਤਕਾਰੀ ਦੇ ਸਫ਼ਰ 'ਚ ਨਿਗਾਹ ਮਾਰਦਾ ਜਾਂ ਆਪਦੇ ਲਿੰਕਾਂ ਤੇ ਨਿਗਾਹ ਮਾਰਦਾ, ਮਾਨਕ ਸਾਹਿਬ ਨਾਲ, ਲਾਭ ਹੀਰੇ ਨਾਲ, ਹੋਰ ਜਿੱਥੇ ਵੀ ਮੇਰੇ ਮਿੱਤਰ ਦੋਸਤ ਬੜੇ ਨੇ, ਹਰਵਿੰਦਰ ਕਾਕਾ ਬੁਰਜਾਲਾ ਸਾਬਕਾ ਸਰਪੰਚ, ਜਥੇਦਾਰ ਅਕਾਲੀ ਦਲ ਅੱਜ ਕੱਲ੍ਹ ਉਹ ਪੂਰਾ ਸਰਗਰਮ ਹੈ, ਉਹ ਮੇਰਾ ਸਕੂਲ ਦਾ ਮਿੱਤਰ ਹੈ ਜੀ, ਤੇ ਹੁਣ ਵੀ ਮਿੱਤਰ ਹੈ। ਦਾੜੀਆਂ ਸਾਡੀਆਂ ਚਿੱਟੀਆਂ ਹੋ ਗਈਆਂ ਪਰ ਮਿੱਤਰ ਅਸੀਂ ਉਹੇ ਜਿਹੇ ਹੀ ਹਾਂ ਜਿਹੇ ਜਿਹੇ ਬਚਪਨ 'ਚ ਹੁੰਦੇ ਸੀ। ਇੱਕ ਗੱਲ ਹੋਰ ਮੈਂ ਕਰਨ ਜਾ ਰਿਹਾ ਗਾ, ਜਿਵੇਂ ਕਿ ਤੁਸੀਂ ਰਿਟਾਇਰਮੈਂਟ ਤੇ ਰਿਟਾਇਰ ਹੋਏ, ਤੇ ਰਿਟਾਇਰਮੈਂਟ ਦੇ ਉੱਤੇ ਕਾਫੀ ਕਲਾਕਾਰਾਂ ਨੂੰ ਬੁਲਾਇਆ ਜਾਂਦਾ ਜਿਨ੍ਹਾਂ ਨੇ ਗੀਤ ਗਾਏ ਹੁੰਦੇ ਆ, ਤੁਸੀਂ ਇਨਵਾਈਟ ਕਰਿਆ ਹੋਵੇ ਕਿਸੇ ਨੂੰ, ਕੋਈ ਰਿਟਾਇਰਮੈਂਟ ਤੇ ਨਾ ਆਇਆ ਹੋਵੇ? ਉਹ ਨਹੀਂ, ਉਹਦਾ ਕਾਰਨ ਹੋਰ ਬਣ ਗਿਆ ਜੀ, ਉਹਦਾ ਕਾਰਨ ਬਣ ਗਿਆ ਲਾਕਡਾਊਨ ਜੀ। ਹਾਲਾਂਕਿ ਮੇਰੀ ਤਾਂ ਸਾਰੇ ਪਰਿਵਾਰ ਦੀ ਇਹ ਤਮੰਨਾ ਸੀ ਵੀ ਅਖੰਡ ਪਾਠ ਰਖਾ ਕੇ ਰਿਸ਼ਤੇਦਾਰਾਂ ਨੂੰ, ਮਿੱਤਰਾਂ ਦੋਸਤਾਂ ਨੂੰ, ਤੁਹਾਡੇ ਵਰਗਿਆਂ ਨੂੰ ਸਾਰਿਆਂ ਨੂੰ ਬੁਲਾਵਾਂਗੇ ਤੇ ਕੋਈ ਪ੍ਰੋਗਰਾਮ ਵੀ ਕਰਵਾਵਾਂਗੇ ਜੀ। ਪਰ ਹੁਣ ਉਹ ਹਾਲਾਤ ਹੀ ਇਹ ਜਿਹੇ ਸੀ ਵੀ 5 ਬੰਦਿਆਂ ਤੋਂ ਵੱਧ ਇਕੱਠੇ ਨਹੀਂ ਹੋਣਾ ਜੀ, ਤੇ ਫਿਰ ਉਹ ਕਰੀਏ ਕਿ ਅਸੀਂ ਤਾਂ ਰਾਤ ਰੂਤ ਨੂੰ ਇਕੱਠੇ ਹੋ ਕੇ ਆਪਦਾ ਦਾਰੂ ਪੀ ਕੇ ਆਪਦਾ ਚਲਾਤਾ ਕੰਮ, ਪਈ ਉਹੋ ਜਿਹਾ ਮਾੜਾ ਮੋਟਾ ਜਿਹਾ। ਜੀ, ਪਿਛਲੇ ਸਾਲ ਯਾਨੀ ਕਿ 31 ਮਾਰਚ ਨੂੰ? ਹਾਂ, ਨਹੀਂ ਮੈਂ 30 ਜੂਨ ਨੂੰ। 30 ਜੂਨ ਨੂੰ? ਹਾਂ, ਉਹ 4-5 ਤਰੀਕ ਨੂੰ ਮੁੰਡੇ ਇੱਥੇ ਜਿੰਨੇ ਬਾਹਰੋਂ ਤਾਂ ਆਉਣ ਵਾਲਿਆਂ ਨੂੰ ਵੀ ਥੋੜੀ ਤੰਗੀ ਆਉਂਦੀ ਸੀ, ਰਿਸ਼ਤੇਦਾਰ ਵੀ ਕੋਈ ਨਹੀਂ ਬੁਲਾਇਆ, ਬਸ ਮੈਂ ਆਪਦੇ ਇੱਥੇ ਨੇੜੇ ਤੇੜੇ ਵਾਲੇ। ਨਹੀਂ, ਉਦੋਂ ਕਰੋਨਾ ਵੈਸੇ ਜ਼ਿਆਦਾ ਜ਼ੋਰ ਉਦੋਂ ਡਰ ਵਾਲਾ ਸੀ, ਤਾਂ ਹੁਣ ਘਟ ਗਿਆ ਲੋਕਾਂ 'ਚ ਡਰ, ਭਾਵੇਂ ਮੇਰਾ ਖਿਆਲ ਬਿਮਾਰੀ ਵਧੀ ਹੋਊ, ਡਰ ਘਟ ਗਿਆ। ਬਿਮਾਰੀ ਨਹੀਂ ਮੈਂ ਇਹਨੂੰ ਕਹਿ ਸਕਦਾ, ਇਹ ਲੋਕਾਂ ਇhtiyਾਤ ਨਹੀਂ ਵਰਤਦੇ ਜਿਹੜੇ ਉਹਨਾਂ ਵਾਸਤੇ ਜੀ। ਤੇ ਤੁਸੀਂ ਪਿੰਡ ਦੇ ਵਿੱਚ ਕੋਠੀ ਪਾ ਕੇ ਰਹਿ ਰਹੇ ਹੋ, ਕਾਫੀ ਗੀਤਕਾਰ ਆ ਜੋ ਕਿ ਚੰਡੀਗੜ੍ਹ, ਬਠਿੰਡੇ, ਲੁਧਿਆਣੇ ਚਲੇ ਜਾਂਦੇ ਆ, ਤੁਸੀਂ ਨਹੀਂ ਜਾਣ ਬਾਰੇ ਸੋਚਿਆ ਜੀ ਬਾਹਰ? ਨਹੀਂ, ਇਹ ਚਲੋ ਆਪਣੀ ਆਪਣੀ ਸੋਚ ਹੁੰਦੀ ਹੈ। ਮੈਂ ਨਾ ਸ਼ੁਰੂ 'ਚ ਮੈਨੂੰ ਬੱਚੇ ਕਹਿੰਦੇ ਰਹੇ ਵੀ ਜਿਹੜੀ ਆਪਾਂ ਮੌੜ ਕੋਠੀ ਪਾਈਏ, ਉਹ ਮੈਂ ਕਿਹਾ ਯਾਰ ਆਪਾਂ ਜ਼ਮੀਨ ਨਾਲ ਜੁੜੇ ਹੋਏ ਹਾਂ, ਜੇ ਆਪਾਂ ਮੌੜ ਤੋਂ ਆਵਾਂਗੇ ਨਾ ਆਪਾਂ ਨੂੰ ਸਪੈਸ਼ਲ ਆਉਣਾ ਪਊਗਾ ਵੀ ਆਪਾਂ ਆਪਦੇ ਖੇਤ ਜਾਂਦੇ ਹਾਂ, ਇੱਥੇ ਬੈਠੇ ਬੈਠੇ ਉੱਠ ਕੇ ਤੁਰ ਜਾਂਦੇ ਹਾਂ, ਸਕੂਟਰ ਲੈ ਕੇ ਜਾਂ ਪੈਦਲ ਵੀ ਵਜ ਜਾਂਦੇ, 6-7 ਮਿੰਟਾਂ ਦਾ ਰਾਹ ਹੈ ਮੇਰਾ ਜੀ। ਉਹਦਾ ਕੋਈ ਇਸ ਕਰਕੇ ਇੱਥੇ ਸਾਰੀਆਂ ਉਹ ਸਹੂਲਤਾਂ ਜਿਹੜੀਆਂ ਸ਼ਹਿਰ 'ਚ ਹੁੰਦੀਆਂ ਉਹ ਮੁਹੱਈਆ ਹੁੰਦੀਆਂ, ਕੋਈ ਚੱਕਰ ਨਹੀਂ ਹੈਗਾ। ਮੈਨੂੰ ਤਾਂ ਲੱਗਦਾ ਹੀ ਨਹੀਂ ਮੈਂ ਸ਼ਹਿਰ 'ਚ ਜਾਂ ਪਿੰਡ 'ਚ ਕੋਈ ਫਰਕ ਨਹੀਂ ਪੈਂਦਾ। ਕੋਈ ਫਰਕ ਨਹੀਂ ਜੀ। ਹਾਂ। ਤੇ ਜਿਵੇਂ ਕਿ ਕਿਸੇ ਵੀ ਇਨਸਾਨ ਦੀ ਜੌਬ ਕਰ ਰਿਹਾ ਉਹਦੀ ਤਨਖਾਹ ਨਹੀਂ ਪੁੱਛਣੀ ਚਾਹੀਦੀ ਤੇ ਕਿਸੇ ਦੀ ਉਮਰ ਵੀ ਨਹੀਂ ਪੁੱਛਣੀ ਚਾਹੀਦੀ, ਫਿਰ ਵੀ ਮੈਂ ਸਵਾਲ ਕਰ ਰਿਹਾ ਹਾਂ, ਤੁਹਾਡੀ ਉਮਰ ਕਿੰਨੀ ਹੋ ਚੁੱਕੀ ਹੈ? ਉਮਰ ਦੇਖੋ ਮੈਂ ਤੁਹਾਨੂੰ ਦੱਸ ਹੀ ਦਿੱਤਾ ਵੀ ਮੈਂ 1982 'ਚ ਭਰਤੀ ਹੋਇਆ ਸੀ, ਉਦੋਂ 20 ਸਾਲ ਦਾ ਸੀ ਜੀ। ਤੇ ਡੇਟ ਆਫ ਬਰਥ ਕੀ ਹੈ ਜੀ? 22/6/1962। ਇਹ ਲਗਾਉਣੀ ਨਹੀਂ ਚਾਹੀਦੀ, ਐਵੇਂ ਕਈ ਆਖਣਗੇ ਅਸੀਂ ਨੌਜਵਾਨ, ਦਾੜੀ ਨਹੀਂ ਦੱਸਦੀ ਵੀ ਮੈਂ ਕਿੱਡਾ ਹੋ ਗਿਆ ਜੀ। ਉਮਰ ਲਗਾਉਣੀ ਨਹੀਂ ਚਾਹੀਦੀ ਕਾਹਦੇ ਵਾਸਤੇ? ਦਾੜੀ ਦੱਸ ਦਿੰਦੀ ਹੈ ਜੀ। ਉਹ ਦੱਸ ਦਿੰਦੀ ਹੈ ਜੀ, ਆਪਾਂ ਗੱਲਾਂ ਬਾਤਾਂ ਹੀ ਦੱਸ ਦਿੰਦੀਆਂ, ਦਾੜੀ ਨਾ ਵੀ ਸ਼ੇਵ ਕਰਾਈ ਹੁੰਦੀ ਹੈ ਕਈਆਂ ਦੀ ਜੀ, ਉਹ ਗੱਲਾਂ ਬਾਤਾਂ ਦੱਸਦੀਆਂ, ਪ੍ਰੋੜ ਹੋ ਗਿਆ ਬੰਦਾ ਹੁਣ। ਜੀ। ਤੇ ਨਵੇਂ ਮੁੰਡਿਆਂ ਦੀਆਂ ਨਵੀਆਂ, ਹੁਣ ਜੇ ਤੁਸੀਂ ਮੇਰੇ ਬੇਟੇ ਨਾਲ ਗੱਲ ਕਰੋਗੇ ਉਹ ਆਪ ਦੀ ਗੱਲ ਕਰੂਗਾ,
ਤੇ ਮੇਰੇ ਨਾਲ ਕਰੂੰਗਾ, ਮੈਂ ਆਪਦੇ ਤਜਰਬੇ ਦੀ ਕਰੂੰਗਾ ਜੀ। ਹਾਂ। ਤੇ ਮਾਤਾ ਪਿਤਾ ਦਾ ਕੀ ਨਾਮ ਆ ਤੇ ਹੋਰ ਕੌਣ ਕੌਣ ਆ ਤੁਹਾਡੇ ਪਰਿਵਾਰ 'ਚ? ਹਾਂ, ਮਾਤਾ ਪਿਤਾ ਮੇਰੇ ਦੋਨੇ ਹੀ ਸਵਰਗ ਸਿਧਾਰ ਗਏ ਜੀ। ਮਾਤਾ ਕਰਤਾਰ ਕੌਰ ਸੀ, ਪਿਤਾ ਜੀ ਸਵਰਗੀ ਸਰਦਾਰ ਅਵਤਾਰ ਸਿੰਘ ਸੀ। ਬੜਾ ਮੈਨੂੰ ਉਹਨਾਂ ਨੇ, ਮੈਂ ਇਕੱਲਾ ਸੀਗਾ, ਭੈਣਾਂ 3 ਤੇ ਬੜੇ ਚਾਵਾਂ ਲਾਡਾਂ ਨਾਲ ਪਾਲਿਆ। ਬਾਕੀ ਮੇਰੇ ਪਰਿਵਾਰ 'ਚ ਮੇਰੇ ਸ਼੍ਰੀਮਤੀ ਜੀ ਸ਼ਿੰਦਰਪਾਲ ਕੌਰ, ਮੇਰੇ ਪੁੱਤਰ ਜਸਕੀਰਤ ਸਿੰਘ, ਨੂੰਹ ਸੁਖਦੀਪ ਕੌਰ, ਬੇਟੀ ਰੁਪਿੰਦਰ, ਪੋਤੀ ਸਰਗੁਣ, ਪੋਤਾ ਗੁਰਫਤਿਹ, ਦੋਤੀ ਪ੍ਰਭਜੋਤ, ਬਾਣੀ ਕਹਿ ਦਿੰਦੇ ਅਸੀਂ, ਛੋਟਾ ਨਾਂ ਉਹਦਾ। ਬੜੇ ਪਿਆਰੇ ਬੱਚੇ ਆ, ਸਾਰਾ ਦਿਨ ਇਹਨਾਂ 'ਚ ਲੰਘ ਜਾਂਦਾ, ਬੜਾ ਵਧੀਆ ਲੰਘਦਾ। ਚਲੋ ਵਧੀਆ, ਲੰਘਣਾ ਵੀ ਚਾਹੀਦਾ। ਬੱਚਿਆਂ ਦੇ ਵਿੱਚ ਖੇਡਦੇ ਰਹਿੰਦੇ ਹੋ ਤੁਸੀਂ, ਹਾਂਜੀ। ਕਦੇ ਉਹਨਾਂ ਨੂੰ ਘੁਮਾ ਲਿਆਉਂਦੇ ਆ, ਕਦੇ ਉਹ ਤੁਹਾਨੂੰ ਲੈ ਜਾਂਦੇ ਆ, ਹਾਂ। ਚੀਜ਼ੀ ਲੈਣ ਚੱਲੇ, ਘੁੰਮਣ ਬਸ, ਚਲੇ ਬਸ, ਜਾਂਦੇ ਬਸ, ਜੀ। ਬਸ, ਹਾਂ। ਤੇ ਜਿਵੇਂ ਤੁਸੀਂ ਗੀਤ ਲਿਖਦੇ ਸੀ, ਤੁਹਾਡੇ ਪਰਿਵਾਰ ਦੇ ਵਿੱਚੋਂ ਕਿਸੇ ਨੂੰ ਹੋਰ ਗੀਤ ਲਿਖਣ ਦਾ ਮਾਣ ਮਹਿਸੂਸ ਹੋਇਆ ਹੋਵੇ? ਹਾਂ, ਮੇਰਾ ਬੇਟਾ ਬੜਾ ਵਧੀਆ ਕਲਮ ਹੈ ਉਹਦੀ, ਵੈਸੇ ਆਪਦੇ ਮੂੰਹ ਮੈਂ ਸਰੋਂਦਾ ਉਹਨੂੰ ਚੰਗਾ ਨਹੀਂ ਲੱਗਦਾ, ਬੜਾ ਸੋਹਣਾ ਲਿਖਦਾ ਹੈ। ਮੈਨੂੰ ਨਾ ਕਈ ਵਾਰੀ ਮੈਂ ਉਹਦਾ ਅਜੇ ਰਿਕਾਰਡ ਹੋ ਕੇ ਗੀਤ ਇੱਕੋ ਹੀ ਆਇਆ ਮਾਰਕੀਟ 'ਚ, ਵੈਸੇ ਉਹ ਗਾ ਵੀ ਲੈਂਦਾ ਮਾੜਾ ਮੋਟਾ, ਐਵੇਂ ਉਹ ਨਹੀਂ ਕਮਰਸ਼ੀਅਲ ਤੌਰ 'ਤੇ ਨਹੀਂ, ਜਿਵੇਂ ਆਪਾਂ ਬੈਠੇ ਹੋਈਏ। ਉਹ ਮੈਂ ਕਈ ਵਾਰੀ ਅੱਖਾਂ ਮੀਚ ਕੇ ਸੁਣਾ ਨਾ, ਮੈਨੂੰ ਸ਼ਿਵ ਝਲਕਦਾ ਉਹਦੀ ਸ਼ਾਇਰੀ 'ਚੋਂ ਜੀ। ਕਾਫੀ ਸੋਹਣੀ ਕਲਮ ਹੈ ਉਹਦੀ, ਵਧੀਆ ਲਿਖਦਾ। ਤੇ ਤੁਹਾਡਾ ਕੋਈ ਅੱਜ ਕੱਲ੍ਹ ਗੀਤ ਆ ਰਿਹਾ ਹੋਵੇ? ਮੇਰੇ ਗੀਤ ਰਿਕਾਰਡ ਹੋਏ ਪਏ ਕਿ ਹੁਣ ਮੈਂ ਇਹ ਨਹੀਂ ਕਹਿ ਸਕਦਾ ਵੀ ਉਹ ਕਦੋਂ ਆ ਰਿਹਾ। ਉਹ ਨਾ ਹੁਣ ਲੰਮਾ ਪ੍ਰੋਸੈਸ ਹੋ ਗਿਆ, ਅੱਗੇ ਤਾਂ ਕੈਸਟ ਹੁੰਦੀ ਆ ਜਾਂਦੀ ਆ, ਹੁਣ ਵੀਡੀਓ ਬਣਨੀ ਹੈ ਜੀ, ਹੁਣ ਫਲਾਣਾ ਬਣਨਾ ਜੀ, ਉਹ ਲੋਕੇਸ਼ਨ ਨਹੀਂ ਵਧੀਆ ਮਿਲੀ ਜੀ, ਹੁਣ ਮੈਂ ਤਾਂ ਖੜਾ ਛੱਡ ਦਿੰਦਾ ਜਦੋਂ ਰਿਕਾਰਡ ਹੋ ਜਾਂਦਾ। ਉਹ ਮੁੰਡੇ ਦੱਸ ਦਿੰਦੇ ਵੀ ਗੀਤ ਰਿਕਾਰਡ ਕਰ ਲਈਏ ਜੀ, ਕਰ ਲਓ ਭਾਈ ਜੀ, ਭੇਜ ਦਿਓ ਜੀ, ਕੋਈ ਨਵਾਂ ਗੀਤ ਮੰਗਦੇ ਆ। ਹੁਣ WhatsApp ਵਾਲਾ ਸਿਸਟਮ ਹੋ ਗਿਆ, ਉਹਦੇ 'ਤੇ ਭੇਜ ਦੇਈਦਾ, ਕਰ ਲੈਂਦੇ ਨੇ ਆਪੇ। ਯਾਨੀ ਕਿ ਗਾਇਕੀ ਮਹਿੰਗੀ ਹੋ ਗਈ ਅੱਜ ਕੱਲ੍ਹ। ਉਹ ਹਾਂ, ਮੇਰਾ ਖਿਆਲ ਹੈ ਵੀ ਇਹ, ਹਾਂ, ਇਹ ਕਹਿਣੀ ਪਊ ਵੀ ਇਹ ਨਾ ਗੀਤ ਜਿੰਨੇ ਇੱਕ ਬਜਟ 'ਚ ਕੈਸਟ ਰਿਕਾਰਡ ਹੁੰਦੀ ਉਨਾ ਬਜਟ ਇੱਕ ਗੀਤ ਖਾ ਜਾਂਦਾ। ਹੁਣ ਇਹ ਜਿਹੜੇ ਨਵੇਂ ਗੀਤਕਾਰ ਹੈ ਹੁੱਬ ਕੇ ਪੈਸੇ ਲਾਉਂਦੇ ਜ਼ਮੀਨ ਵੇਚ ਕੇ, ਮੈਂ ਤਾਂ ਕਹੂੰਗਾ ਵੀ ਗਰੇਜ ਕਰਨਾ ਚਾਹੀਦਾ ਉਹਨਾਂ ਨੂੰ। ਜੇ ਤੁਹਾਡੀ ਕਲਮ 'ਚ ਕੁਛ ਹੈਗਾ ਯਾਰ, ਆਪੇ ਕੋਈ ਨਹੀਂ, ਦੇਰ ਸੀ ਆ ਜਾਊਗਾ ਆਪੇ। ਮੈਂ ਦੇਖੋ ਇਹ ਐਸੀ ਗੱਲ 'ਚ ਕੋਈ ਮੈਂ ਆਪਦੀ ਵਡਿਆਈ ਨਹੀਂ ਜਾਂ ਮੈਂ ਆਪਦੇ ਆਪ ਨੂੰ ਸਰੋਂਦਾ ਨਹੀਂ, ਮੈਂ ਐਵੇਂ ਨਹੀਂ, ਮਤਲਬ ਵੀ ਇਹ ਕੁਛ ਵੀ ਹੋ ਜੇ ਯਾਰ, ਇਹ ਤਾਂ ਹੋਣਾ ਚਾਹੀਦਾ। ਇੰਨਾ ਸਬੱਬ ਹੀ ਬਣਦਾ ਗਿਆ ਜੀ, ਸਬੱਬ ਨਾਲ ਹੀ ਰਿਕਾਰਡ ਹੁੰਦਾ ਗਿਆ ਸਭ ਕੁਛ। ਬਹੁਤ ਸਬੱਬ ਨਾਲ ਤੁਹਾਡੇ ਗੀਤ ਰਿਕਾਰਡਿੰਗ ਹੋਏ ਆ ਤੇ ਉਨੇ ਹੀ ਗੀਤ ਸੁਪਰ ਡੁਪਰ ਹਿੱਟ ਹੋਏ ਆ ਤੇ ਆਪਣੀ ਕਾਫੀ ਗੱਲਬਾਤ ਹੋਈ। ਫਿਰ ਜਾਂਦੇ ਜਾਂਦੇ ਇੱਕ ਮੈਸੇਜ ਜ਼ਰੂਰ ਜਾਣਦੇ ਆ ਸਮੁੱਚੇ ਪੰਜਾਬੀਆਂ ਨੂੰ, ਦਰਸ਼ਕਾਂ ਨੂੰ, ਜਾਂ ਫਿਰ ਨਵੇਂ ਉੱਠ ਰਹੇ ਗਾਇਕਾਂ ਗੀਤਕਾਰਾਂ ਨੂੰ, ਤੁਸੀਂ DPD ਟੈਲੀਵਿਜ਼ਨ ਤੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਜੀ? ਦੇਖੋ, ਮੇਰਾ ਤੁਹਾਡੇ ਚੈਨਲ ਦੇ ਜ਼ਰੀਏ DPD ਦੇ, ਵੈਸੇ ਤਾਂ ਅੱਜ ਕੱਲ੍ਹ ਹਰ ਕੋਈ ਆਪਦੇ ਸਿਆਣਾ ਹੈ, ਪੜ੍ਹਿਆ ਲਿਖਿਆ ਹੈ, ਪਰ ਮੈਂ ਕਿਸੇ ਦਾ ਨਾਂ ਵੀ ਨਹੀਂ ਲੈਂਦਾ। ਪਰ ਮੈਂ ਗੀਤਕਾਰਾਂ ਨੂੰ ਖਾਸ ਕਰਕੇ, ਕਿਉਂਕਿ ਗਾਇਕ ਤਾਂ ਪਤਾ ਨਹੀਂ ਮੇਰੇ ਆਖੇ ਲੱਗਣਗੇ ਕਿ ਨਹੀਂ, ਗੀਤਕਾਰ ਕਈ ਵਾਰੀ ਕਈ ਫੋਨ ਆਉਂਦੇ ਰਹਿੰਦੇ ਵੀ ਤੁਹਾਡਾ ਗੱਲਬਾਤ ਚੰਗੀ ਲੱਗੀ, ਉਹਨਾਂ ਨੂੰ ਮੈਂ ਜ਼ਰੂਰ ਕਹੂੰਗਾ ਵੀ ਯਾਰ ਘੱਟ ਲਿਖ ਲਓ, ਵਧੀਆ ਲਿਖੋ। ਲੋਕ ਜਿਹੜੇ ਸੁਣ ਲੈਣ, ਭਾਵੇਂ ਉਹ ਰਿਕਾਰਡ ਹੋਇਆ ਸੁਣ ਲੈਣ, ਭਾਵੇਂ ਖਾੜੇ ਸੁਣ ਲੈਣ, ਭਾਵੇਂ ਕਿਵੇਂ ਤੁਹਾਨੂੰ ਤੁਹਾਡੇ ਮੂੰਹੋਂ ਹੀ ਸੁਣ ਲੈਣ, ਅਤੇ ਉਹ ਕਹਿਣ ਵੀ ਯਾਰ ਹੈਗੀ ਹੈ ਗੱਲਬਾਤ ਵਧੀਆ ਹੈ, ਉਹ ਜਿਹਾ ਲਿਖੋ। ਇਹੀ ਮੇਰਾ ਸੁਣਨ ਵਾਲਿਆਂ ਨੂੰ, ਸਰੋਤਿਆਂ ਨੂੰ ਵੀ ਇਹੀ ਹੈ ਵੀ ਚੰਗਾ ਸੁਣੋਗੇ ਤਾਂ ਚੰਗਾ ਲਿਖਣਗੇ, ਚੰਗਾ ਲਿਖਣਗੇ ਤਾਂ ਚੰਗਾ ਗਾਉਣਗੇ, ਚੰਗਾ ਗਾਉਣਗੇ ਤਾਂ ਚੰਗਾ ਸੁਣੋਗੇ। ਬਹੁਤ ਬਹੁਤ ਸ਼ੁਕਰੀਆ ਧਾਲੀਵਾਲ ਸਾਹਿਬ, ਤੁਹਾਡਾ ਮੈਸੇਜ ਵੀ ਬਹੁਤ ਵਧੀਆ, ਤੁਸੀਂ ਸਾਡੀ ਟੀਮ ਦੇ ਲਈ ਟਾਈਮ ਕੱਢਿਆ, ਧੰਨਵਾਦ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ ਤੁਹਾਡੀ। ਦਰਸ਼ਕ ਵੀਰੋ, ਅੱਜ ਗੱਲਬਾਤ ਕਰੀ ਪੰਜਾਬ ਦੇ ਪ੍ਰਸਿੱਧ ਗੀਤਕਾਰ ਸੁਖਵਿੰਦਰ ਧਾਲੀਵਾਲ ਜੀ, ਜਿਨ੍ਹਾਂ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਿਆ। ਅਗਲੀ ਵਾਰ ਕਿਸੇ ਹੋਰ ਸ਼ਖਸੀਅਤ ਨੂੰ ਲੈ ਕੇ ਹਾਜ਼ਰ ਹੁੰਦੇ ਹਾਂ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਪਿਆਰ ਭਰੀ ਸਤਿ ਸ਼੍ਰੀ ਅਕਾਲ।